ਉਤਦਾਰਾ ਸਿਓ ਇੱਕ ਉਤਮ ਪੰਥ ਸੁਣਿਓ, ਤਿਹ ਮਿਲੰਤ ਜਮ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਹ ਕੁਰਸੋਹ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟਿਐ। ਸੱਜਣ ਸਚਾ ਪਾਤਸ਼ਾਹ ਸਿਰ ਸਾਂਦੈ। ਸਾਹੋ ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਬੇਦ ਪੁਰਾਨ ਸੁਣੀਐ। ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਬੇਦ ਪੁਰਾਨ ਸੁਣੀਐ। ਪੜ੍ਹੇ ਸੁਨੇ ਕਿਆ ਹੋਏ, ਜਾਉ ਸਹਿਜ ਨ ਮਿਲਿਓ ਸੋਏ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰ। ਰਹਾਉ ਅੰਧਿਆਰੇ ਦੀਪਕ ਚਹੀਐ, ਇਕ ਬਸਤ ਅਗੋਚਰ ਲਹੀਐ। ਬਸਤ ਅਗੋਚਰ ਪਾਏ, ਘਾਟ ਦੀਪਕ ਰਹਿਆ ਸਮਾਏ। ਕਹੈ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਕਹੈ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਇਹ ਅੱਜ ਦਾ ਪਾਵਨ ਮੁਖਵਾਕ ਸਾਰੀ ਦੁਨੀਆ ਪਰਥਾਏ ਕਬੀਰ ਸਾਹਿਬ ਜੀ ਨੇ ਫਰਮਾਨ ਕੀਤਾ ਹੈ। ਸੰਤ ਮਹਾਂਪੁਰਸ਼ ਰੱਬ ਦੇ ਪਿਆਰੇ
ਉਪਦੇਸ਼ ਕਿਸੇ ਇੱਕ ਵਾਸਤੇ ਨਹੀਂ ਕਰਦੇ, ਸਾਰਿਆਂ ਲਈ ਸਾਂਝਾ ਹੁੰਦਾ ਹੈ। ਇੱਕ ਗੱਲ ਧਿਆਨ ਰੱਖੀਏ, ਸੰਤਾਂ ਦੇ ਬਚਨ, ਉਹਨਾਂ ਦੀ ਬਾਣੀ, ਉਹਨਾਂ ਦਾ ਅੰਮ੍ਰਿਤਮਈ ਉਪਦੇਸ਼ ਸਰਬਕਾਲੀ ਸਰਬਦੇਸ਼ੀ ਹੈ। ਭਾਵ ਹਰ ਸਮੇਂ ਲਈ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ। ਸਰਬਦੇਸ਼ੀ ਕਹਿੰਦੇ ਹਰ ਜਗ੍ਹਾ ਲਈ ਹੈ। ਇੰਡੀਆ ਲਈ ਲੋਕਾਂ ਲਈ ਵੀ ਹੈ, ਨੇਪਾਲ ਦੇ ਲੋਕਾਂ ਲਈ ਵੀ ਹੈ, ਤਿੱਬਤੀਆਂ ਲਈ ਵੀ ਹੈ, ਇੱਥੇ ਤੱਕ ਵਰਲਡ ਲੈਵਲ 'ਤੇ ਜਿੱਥੇ ਵੀ ਕੋਈ ਰਹਿੰਦਾ ਹੈ ਸਭਨਾਂ ਲਈ ਹੈ। ਕਬੀਰ ਸਾਹਿਬ ਰੱਬ ਦੇ ਪਿਆਰੇ ਬੈਠੇ ਸਨ। ਇੱਕ ਬ੍ਰਾਹਮਣ ਜੀ ਆ ਗਏ, ਪੜ੍ਹੇ ਲਿਖੇ ਸਨ, ਪੰਡਤ ਵਿਦਵਾਨ ਜੀ। ਕਹਿਣ ਲੱਗੇ, ਕਬੀਰ ਸਾਹਿਬ ਤੁਹਾਡੀ ਜੈ ਜੈਕਾਰ ਤਾਂ ਬੜੀ ਹੁੰਦੀ ਹੈ, ਥੋੜ੍ਹਾ ਪੜ੍ਹ ਵੀ ਲਿਆ ਕਰੋ, ਤੁਸੀਂ ਪੜ੍ਹਦੇ ਹੀ ਨਹੀਂ। ਵੇਦਾਂ ਸ਼ਾਸਤਰਾਂ ਨੂੰ ਪੜ੍ਹੋ। ਕਬੀਰ ਸਾਹਿਬ ਕਹਿੰਦੇ, ਕੀ ਪੜ੍ਹਾਂ, ਤੁਸੀਂ ਪੜ੍ਹਨ ਦਿੰਦੇ ਹੀ ਨਹੀਂ। ਕਿਉਂਕਿ ਖਾਲਸਾ ਜੀ, ਉਹ ਵੇਦਾਂ ਦਾ ਅਧਿਕਾਰ ਉਸ ਵੇਲੇ ਕੇਵਲ ਬ੍ਰਾਹਮਣਾਂ ਨੂੰ ਸੀ, ਦੂਜੇ ਨੂੰ ਹੈ ਹੀ ਨਹੀਂ ਸੀ। ਕਬੀਰ ਸਾਹਿਬ ਕਹਿੰਦੇ, ਪੜ੍ਹਨਾ ਤੇ ਚਾਹੁੰਦਾ ਹਾਂ, ਪਰ ਤੁਹਾਡੀ ਕੱਟੜ ਪੰਥ ਦੀ ਜਿਹੜੀ ਕਹਿ ਲਓ ਸੰਪਰਦਾ, ਉਹ ਪੜ੍ਹਨ ਨਹੀਂ ਦਿੰਦੀ। ਇਸ ਕਰਕੇ ਮੈਂ ਕੀ ਲੈਣਾ ਪੜ੍ਹਨ ਤੋਂ, ਮੇਰੇ ਲਈ ਤਾਂ ਰੱਬ ਨੇ ਆਪਣੇ ਆਪ ਹੀ ਗਿਆਨ ਬਖਸ਼ਿਸ਼ ਕੀਤਾ ਹੋਇਆ ਹੈ। ਉਹ ਕਹਿਣ ਲੱਗੇ, ਨਹੀਂ ਕੁਝ ਹੋਰ ਪੜ੍ਹ ਲਿਆ ਕਰੋ। ਕਬੀਰ ਸਾਹਿਬ ਕਹਿੰਦੇ, ਪੜ੍ਹ ਕੇ ਕੀ ਮਿਲੇਗਾ? ਉਹ ਕਹਿਣ ਲੱਗੇ, ਵਾਹ ਵਾਹ ਮਿਲੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੁਨੀਆ ਵਾਹ ਵਾਹ ਖੱਟਦੀ ਹੈ ਅੱਜ ਕੱਲ੍ਹ, ਲੋਕਾਂ ਨੂੰ ਖੁਸ਼ ਕਰਨਾ, ਵਾਹ ਵਾਹ ਖੱਟਣੀ। ਕਬੀਰ ਸਾਹਿਬ ਕਹਿੰਦੇ, ਨਾ, ਮੈਨੂੰ ਇਹ ਨਹੀਂ ਚਾਹੀਦੀ। ਮੈਨੂੰ ਜੋ ਚਾਹੀਦਾ ਹੈ ਉਹ ਸੁਣ ਪਿਆਰਿਆ। ਕੀ ਚਾਹੀਦਾ ਹੈ ਕਬੀਰ ਸਾਹਿਬ ਨੂੰ? ਗਿਆਨ, ਸਹਿਜ, ਜਿਸ ਗਿਆਨ ਨਾਲ ਆਤਮਾ ਤੱਕ ਪਹੁੰਚ ਹੋ ਜਾਵੇ। ਖਾਲਸਾ ਜੀਓ, ਇਹ ਆਤਮਾ ਤੱਕ ਪਹੁੰਚ ਲਈ ਜੇ ਕਹਿ ਲਓ ਕਰੋੜਾਂ ਵਿੱਚੋਂ ਕੋਈ ਇੱਕ ਜਾਂਦਾ ਹੈ। ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਇੱਕ ਨਿਸ਼ਾਨ ਸਾਹਿਬ ਜੀ 'ਤੇ ਝੰਡਾ ਬੁੰਗਾ ਲੱਗਿਆ ਹੋਇਆ। ਇੱਕ ਸੰਤ ਮਹਾਤਮਾ ਨੇ ਇਹੀ ਪੰਕਤੀ ਸ਼ੁਰੂ ਕੀਤੀ, ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਪਤਾ ਨਹੀਂ ਕਿੱਥੋਂ ਮਹਾਤਮਾ ਜੀ ਆ ਗਏ। ਕਹਿਣ ਲੱਗੇ, ਬੇਟਾ ਕਰੋੜਾਂ ਵਿੱਚੋਂ ਕੋਈ ਇੱਕ ਹੋਵੇਗਾ ਜਿਹਨੂੰ ਰੱਬ ਚੇਤੇ ਹੈ, ਬਾਕੀ ਅਸੀਂ ਸਾਰੇ ਹੀ 84 ਦੇ ਗੇੜੇ ਵਿੱਚ ਆ। ਬਸ ਉੱਥੇ ਪਹੁੰਚਣਾ ਹੈ। ਉੱਥੇ ਸੁਣਨ ਵਾਲੇ, ਪਹੁੰਚਣ ਵਾਲੇ ਕੋਈ ਵਿਰਲੇ ਹੁੰਦੇ ਹਨ, ਆਮ ਭੀੜ ਨਹੀਂ ਹੁੰਦੀ ਉਹਨਾਂ ਦੀ ਕੋਈ। ਜਿੱਥੇ ਭੀੜ ਹੋਵੇ ਉੱਥੇ ਸੁਣਿਆ ਵੀ ਨਹੀਂ ਜਾਂਦਾ। ਜਿੱਥੇ ਇਕਾਗਰਤਾ ਹੋਵੇ ਨਾ, ਇਕਾਗਰਤਾ ਇੱਕੋ ਹੁੰਦਾ ਹੈ, ਉੱਥੇ ਸੁਣਿਆ ਜਾਂਦਾ ਹੈ। ਆਓ ਪਾਤਸ਼ਾਹ ਸਾਨੂੰ ਇਕਾਗਰਤਾ ਬਖਸ਼ਿਸ਼ ਕਰਨ। ਅਰਦਾਸ ਕਰੀਏ, ਵੱਡੀ ਹੈ ਅਰਦਾਸ ਰੱਬ ਦੀ। ਰੱਬ ਜੀ, ਮਨ ਨੂੰ ਤੁਸੀਂ ਟਿਕਾਉਣਾ ਹੈ, ਤੁਸੀਂ ਗਿਆਨ ਬਖਸ਼ਿਸ਼ ਕਰਨਾ ਹੈ। ਮਹਾਰਾਜ ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਕਿਆ ਪੜ੍ਹਿਐ ਕਿਆ ਗੁਣੀਐ। ਕਬੀਰ ਸਾਹਿਬ ਕਹਿਣ ਲੱਗੇ, ਪਿਆਰਿਆ ਕੀ ਪੜ੍ਹੀਏ? ਪੜ੍ਹਨਾ ਹੁੰਦਾ ਅੱਖਰ, ਜ਼ਰੂਰੀ ਵੀ ਹੈ। ਐਵੇਂ ਖਾਲਸਾ ਜੀ ਉਹ ਪੜ੍ਹਨਾ ਛੱਡ ਵੀ ਨਾ ਦਈਏ, ਪਰ ਇਹਦਾ ਮਤਲਬ ਸਮਝੀ ਕੀ ਹੈ।
ਕਿਆ ਪੜ੍ਹੀਏ, ਕੀ ਪੜ੍ਹੀਏ, ਕਿਆ ਗੁਣੀਏ, ਕੀ ਵਿਚਾਰ ਕਰੀਏ। ਪੜ੍ਹ ਕੇ ਵਿਚਾਰ ਹੁੰਦੀ ਹੈ ਨਾ। ਜੇ ਕੋਈ ਕਿਤਾਬ ਪੜ੍ਹ ਕੇ ਸਮਝ ਨਹੀਂ ਆਈ ਵੀ ਕੀ ਲਿਖਿਆ ਹੋਇਆ ਹੈ, ਫਾਇਦਾ ਨਹੀਂ ਨਾ। ਸਮਝ ਲਓ ਕੋਈ ਵੀ ਕਿਤਾਬ ਹੈ, ਇਤਿਹਾਸ ਦੀ ਕਿਤਾਬ ਹੈ, ਸੌਖੀ ਜੀ ਕਿਤਾਬ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਗੰਡਾ ਸਿੰਘ ਜੀ ਨੇ ਛਾਪੀ। ਜੇ ਪੜ੍ਹ ਕੇ ਉਹ ਸਮਝ ਨਹੀਂ ਆਈ ਵੀ ਕੀ ਲਿਖਿਆ ਹੈ, ਤੱਤ ਕੀ ਹੈ, ਕਿਹੜੇ ਮਹਾਤਮਾ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਏ, ਜਾਂ ਸੰਤ ਅਤਰ ਸਿੰਘ ਜੀ ਮਸਤੂਬਾਣੇ ਵਾਲੇ ਮਹਾਂਪੁਰਸ਼, ਉਹਨਾਂ ਦੀ ਜੀਵਨੀ ਹੈ। ਜੇ ਉਹ ਪੜ੍ਹ ਕੇ ਨਾ ਸਮਝ ਆਈ ਵੀ ਕੀ ਇਹ ਜੀਵਨ, ਉਹਨਾਂ ਦਾ ਜੀਵਨ ਕੈਸਾ ਸੀ, ਜਾਂ ਫਿਰ ਸੰਤ ਬਾਬਾ ਮਿੱਤ ਸਿੰਘ ਜੀ, ਸੰਤ ਬਾਬਾ ਧਰਮ ਸਿੰਘ ਜੀ, ਜਿਸ ਕਿਤਾਬ ਨੂੰ ਪੜ੍ਹ ਕੇ ਸਮਝ ਨਾ ਆਈ ਤੇ ਕੀ ਗੁਣੀ ਹੈ, ਕੀ ਵਿਚਾਰ ਕਰਾਂਗੇ ਉਹਦੇ ਬਾਰੇ। ਕਿਆ ਪੜ੍ਹੀਏ, ਉਹ ਪੰਡਤ ਜੀ ਕੀ ਪੜ੍ਹੀਏ, ਕਿਆ ਗੁਣੀਏ, ਕੀ ਵਿਚਾਰ ਕਰੀਏ। ਕਿਉਂਕਿ ਜਦ ਤੱਕ ਹਿਰਦੇ ਵਿੱਚ ਕੁਝ ਨਾ ਅੰਦਰ ਗਿਆ ਨਾ ਖਾਲਸਾ ਜੀਓ, ਹੁਣ ਅਸੀਂ ਪੜ੍ਹ ਰਹੇ ਹਾਂ, ਸਮਝ ਲਓ ਇਹੀ ਪੰਕਤੀ ਹੈ, ਕਿਆ ਪੜ੍ਹੀਏ, ਕਿਆ ਗੁਣੀਏ। ਹੁਣ ਜਿਹਦਾ ਮਨ ਇੱਥੇ ਨਹੀਂ, ਉਹਨੇ ਕੀ ਪੜ੍ਹਿਆ ਤੇ ਕੀ ਖਾਲਸਾ ਜੀਓ ਇਹਦੇ ਬਾਰੇ ਵਿਚਾਰ ਕੀਤੀ। ਅਗਲੀ ਪੰਕਤੀ ਨਾਲ ਸੁਣੀਏ ਜੀ। ਕਿਆ ਭੇਦ ਪੁਰਾਨਾ ਸੁਣੀਐ। ਪੰਡਤ ਜੀ ਕੀ ਵੇਦ, ਵੇਦ ਸ਼ਬਦ ਹੈ ਵਿਦ, ਵਿਦ ਹੈ ਜਾਣਨਾ, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਾਣਨਾ, ਵਿਦ। ਜਿਸ ਨੇ ਕੁਝ ਪੜ੍ਹ ਕੇ ਆਪਣੇ ਆਤਮ ਸਰੂਪ ਬਾਰੇ ਜਾਣ ਲਿਆ, ਸਮਝ ਲਿਆ ਕਿ ਮੈਂ ਕੌਣ ਆ, ਉਹਨੂੰ ਕਹਿੰਦੇ ਗਿਆਨਮਈ ਪੁਰਸ਼। ਇਹ ਵੇਦ ਇਹ ਹੈ ਖਾਲਸਾ ਜੀ। ਬਾਕੀ ਜਿਹੜੇ 4 ਵੇਦ ਉਹਨਾਂ ਵਿੱਚ ਵੀ ਰੱਬ ਦੀ ਵਡਿਆਈ ਹੈ, ਪਰ ਬੰਦਾ ਉਹ ਤਾਂ ਸੁਣਦਾ ਨਹੀਂ। ਸੁਣੈ ਨਾਹੀ ਫਿਰ ਹੈ ਜਿਉ ਬਿਤਾਲਿਆ। ਕਿਆ ਵੇਦ ਪੁਰਾਨਾ ਸੁਣੀਐ। ਪੁਰਾਣ 18 ਪੁਰਾਣ, ਤੇ ਉਹਨਾਂ ਵਿੱਚ ਵੀ ਖਾਲਸੇ ਕਥਾ ਕਹਾਣੀਆਂ ਹੈ। ਫਲਾਣੇ ਦੀ ਕਹਾਣੀ। ਬੰਦਿਆ ਉਹ ਪੜ੍ਹ ਕੇ ਸੁਣ ਕੇ ਕੀ ਮਿਲਿਆ ਉੱਥੋਂ। ਚਲੋ ਪੁਰਾਣ ਗਲਤ ਨਹੀਂ, ਵੇਦ ਵਿਆਸ ਜੀ ਦੇ ਲਿਖੇ ਉਹ ਗਲਤ ਨਹੀਂ, ਪਰ ਉਹਨਾਂ 'ਚ ਹੈ ਕੀ, ਵਿਚਾਰ ਕੀ ਕੀਤੀ, ਸਮਝ ਕੀ ਆਈ। ਕਿ ਬੰਦਿਆ ਕੋਈ ਗਿਆਨ ਦੀ ਸਮਝ ਆਈ, ਕੋਈ ਸਹਿਜ ਆਇਆ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ। ਭਾਈ ਕੀ ਵੇਦਾਂ ਪੁਰਾਣਾ ਸ਼ਾਸਤਰਾਂ ਨੂੰ ਸੁਣੀਏ। ਪੜ੍ਹੇ ਸੁਣੇ ਕਿਆ ਹੋਏ। ਪੜ੍ਹ ਕੇ ਸੁਣ ਕੇ ਕੀ ਹੋਇਆ। ਜਾਓ ਸਹਿਜ ਨ ਮਿਲਿਓ ਸੋਏ। ਜਦੋਂ ਤੱਕ ਸਹਿਜ ਨਹੀਂ ਮਿਲਿਆ, ਅੱਖੋ ਸਤਨਾਮ। ਸ਼ੁਰੂਆਤ ਇੱਥੇ ਆਣਾ ਸੀ ਅਸਲ ਗੱਲ। ਅਸੀਂ ਉੱਤੋਂ ਤੋਂ ਸਾਰੇ ਪੜ੍ਹਨੇ। ਹੁਣ ਇਹਨਾਂ ਦਿਨਾਂ 'ਚ ਸਹਿਜ ਪਾਠ ਸਭ ਨੇ ਕੀਤਾ, ਵਾਹ ਭਲਾ। ਸੁਖਮਨੀ ਸਾਹਿਬ ਦਾ ਪਾਠ ਸਾਰੇ ਰੋਜ਼ ਕਰਦੇ, ਵਾਹ ਭਲਾ। ਨਿਤਨੇਮ ਸਾਰੇ ਕਰਦੇ। ਜੇ ਖਾਲਸਾ ਜੇ ਨਿਤਨੇਮ ਕਰਕੇ ਬੰਦੇ ਅੰਦਰ ਇੱਕ ਵੀ ਗੁਣ ਨਾ ਆਇਆ, ਬੁਰਾ ਨਹੀਂ ਹੋ, ਭਲਾ ਹੋਵੇਗਾ। 40 ਮਿੰਟ ਘੱਟੋ ਘੱਟ, ਕੋਈ 30 ਮਿੰਟ ਵੀ, ਕਈ ਫਿਰ ਬੜੇ ਤੇਜ਼ ਸਪੀਡ ਵਾਲੇ 20 ਮਿੰਟ 'ਚ ਨਿਬੇੜ ਦਿੰਦੇ। ਘੱਟੋ ਘੱਟ ਘੰਟਾ, ਪੌਣਾ ਘੰਟਾ ਜੇ ਪੜ੍ਹ ਕੇ ਕੋਈ ਅੰਦਰ ਨਾ ਗਿਆ, ਉਹ ਸਮਾਂ ਨਹੀਂ ਬੁਰਾ ਹੋਵੇਗਾ। ਸਮਾਂ ਤਾਂ ਚਲੋ ਲੇਖੇ ਪੈ ਜਾਏਗਾ, ਪਰ ਬੰਦਿਆ ਅੰਦਰ ਵੀ ਜਾਵੇ, ਕੁਝ ਅੰਦਰ ਵੀ ਟਿਕਾ ਜਾਵੇ, ਥੋੜ੍ਹਾ ਜਿਹਾ ਤਸੱਲੀ ਆਉਂਦੀ। ਜਿਵੇਂ ਕਹਿੰਦੇ ਤਸੱਲੀ ਜੀ ਆ ਗਈ। ਕੁਝ ਆਮ ਕਹਿੰਦੇ ਵੀ ਹੁਣ ਥੋੜ੍ਹਾ ਜਿਹਾ ਗੱਲ ਬਣੀ ਹੈ, ਇਹ ਕੰਮ ਕਰਕੇ ਥੋੜ੍ਹੀ ਤਸੱਲੀ ਜੀ ਆ ਗਈ ਹੈ। ਪੈਸੇ ਮਿਲ ਜਾਣ ਨਾ, ਕਿੱਥੋਂ ਲੈਣੇ ਹੋਣ,
ਹੁਣ ਕੰਮ ਬਣਿਆ, ਹੁਣ ਮਿਹਨਤ ਕੀ ਸਫਲੀ ਹੋ ਗਈ, ਮੇਰੀ ਨੌਕਰੀ ਸਫਲੀ ਹੋ ਗਈ। ਤਸੱਲੀ ਜੀ ਆਵੇ ਬੰਦੇ ਨੂੰ, ਹੌਸਲਾ ਆਵੇ, ਸਹਿਜ ਆਵੇ, ਉਹ ਕਹਿੰਦੇ ਖਾਲਸਾ ਜੀ ਅਸਲ ਸਹਿਜ ਉਹ ਹੈ। ਜੇ ਫਟਾਫਟ ਖਾਲਸਾ ਜਪਜੀ ਸਾਹਿਬ ਦਾ ਪਾਠ 3-4 ਮਿੰਟ 'ਚ, ਹਾਂ ਬੁਰਾ ਨਹੀਂ ਮੈਂ ਕਹਿ ਰਿਹਾ, ਟਾਈਮ ਨਹੀਂ ਵੇਸਟ ਹੁੰਦਾ, ਸਮੇਂ ਅਨੁਸਾਰ ਉਹਦਾ ਰਸ ਮਿਲੇਗਾ। ਪਰ ਬੰਦੇ ਆ ਪਤਾ ਨਹੀਂ ਸਮਾਂ ਕਦੋਂ ਆਵੇ, ਹੁਣੇ ਹੀ ਪਕੜ ਲੈ ਅਸਤਾ। ਉਹ ਖਿਆਲ ਨਾ ਰੱਖੀ ਵੀ ਬਾਅਦ ਵਿੱਚ ਮੈਨੂੰ ਰਸ ਮਿਲੇਗਾ, ਹੁਣੇ ਜਪ ਵਾਹਿਗੁਰੂ। ਸਹਿਜ ਵਾਲਾ ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਇਹ ਸਹਿਜ ਵੱਲ ਲੈ ਜਾ ਰਹੇ, ਇੱਕ ਇੱਕ ਪੰਕਤੀ ਸਹਿਜ ਵੱਲ ਲੈ ਕੇ ਜਾ ਰਹੇ। ਅੱਗੇ ਅਖੀਰ ਆਉਂਦਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਹਿਜ ਵੈ। ਹੁਣ ਸਭ ਤੋਂ ਵੱਡਾ ਸਹਿਜ ਕੀ ਹੈ? ਹੁਕਮ ਹੈ। ਹੁਕਮ ਕੀ ਹੈ? ਇੱਕ ਮਿੰਟ ਲਈ ਸੋਚੋ। ਘੜੀ ਦੀ ਸੂਈਆਂ ਆਪੇ ਚੱਲਦੀ ਪਈਆਂ, ਰੱਬ ਦਾ ਹੁਕਮ ਹੈ। ਇੱਕ ਇੱਕ ਸਾਹ ਬੰਦੇ ਨੂੰ ਆ ਰਿਹਾ, ਇੱਕ ਸਾਹ ਦੇਖੋ। ਸਾਡਾ ਧਿਆਨ ਸਾਹ ਵੱਲ ਨਹੀਂ, ਸਾਡਾ ਧਿਆਨ ਅੱਗੇ ਹੈ। ਇਹ ਸਹਿਜ ਨਹੀਂ ਹੈ। ਆਪਣੇ ਸਾਹ ਵੱਲ ਸਾਰੇ ਪਕੜਨਾ, ਕੋਈ ਗੱਲ ਨਹੀਂ, ਕਥਾ ਹੁੰਦੀ, ਇਹ ਵੀ ਅਭਿਆਸ ਹੈ, ਯੋਗਾ ਅਭਿਆਸ ਲੋਕੀ ਕਰਦੇ। ਸਾਡਾ ਯੋਗਾ ਅਭਿਆਸ ਇਹੀ ਹੈ, ਗੁਰੂ ਬਾਣੀ ਨਾਲ ਜੁੜਨਾ। ਵਾਹਿਗੁਰੂ। ਇੱਕ ਸਾਹ ਨੂੰ ਜਿਹਨੇ ਪਕੜ ਲਿਆ, ਉਹ ਜਿੰਨਾ ਪਕੜਦਾ ਰਹੇਗਾ ਉਸ ਨਾਲ ਰੱਬ ਦਾ ਨਾਮ ਜੋੜਦਾ ਰਹੇਗਾ, ਆਪਣੇ ਆਪ ਹੀ ਖਾਲਸਾ ਸਹਿਜ ਵਿੱਚ ਪਹੁੰਚ ਜਾਵੇਗਾ। ਹੁਕਮ ਇਹ ਹੈ ਕਿ ਸਾਰੇ ਪਾਸੇ ਜੋ ਰੱਬ ਦਾ ਭਾਣਾ ਚੱਲ ਰਿਹਾ ਨਾ, ਜੋ ਵਰਤ ਰਿਹਾ, ਉਹਦੇ ਹੁਕਮ ਵਿੱਚ ਇੱਕ ਰਸ ਵਰਤ ਰਿਹਾ, ਸਹਿਜ ਵਿੱਚ। ਬੰਦੇ ਦਾ ਧਿਆਨ ਕੀ ਹੈ? ਅੱਗੇ। ਅੱਗੇ ਕੀ ਹੋਵੇਗਾ? ਅੱਗੇ ਕੀ ਹੋਵੇਗਾ? ਉਹ ਪੜ੍ਹ ਰਿਹਾ ਬੰਦਾ ਜਪਜੀ ਸਾਹਿਬ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਪੜ੍ਹ ਰਿਹਾ ਪਰ ਧਿਆਨ ਅੱਗੇ ਹੈ। ਭੋਗ ਕਦੋਂ ਪੈਣਾ? ਭੋਗ ਕਦੋਂ ਪੈਣਾ? ਧਿਆਨ ਹੁੰਦਾ ਨਾ, ਧਿਆਨ ਅੱਗੇ ਹੋ ਗਿਆ ਨਾ। ਜੋ ਪੜ੍ਹ ਰਿਹਾ ਉੱਥੇ ਧਿਆਨ ਨਹੀਂ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾ। ਚੁੱਪ ਕਰਕੇ ਬੰਦਾ ਬੈਠਾ ਹੈ। ਜਿਸ ਕਰਕੇ ਚੁੱਪ ਕਰਕੇ ਬੈਠਾ ਸੀ ਬੰਦਾ, ਚੁੱਪ ਵੱਲ ਧਿਆਨ ਨਹੀਂ, ਮਨ ਨੂੰ ਰੋਕਣ ਵੱਲ ਧਿਆਨ ਨਹੀਂ, ਧਿਆਨ ਅੰਦਰ ਕੁਝ ਹੋਰ ਖਿੰਡਿਆ ਹੋਇਆ ਹੈ, ਅੰਦਰ ਵਿਚਾਰ ਚੱਲਦੇ ਪਏ, ਉਹ ਚੁੱਪ ਨਹੀਂ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਢਿੱਡ ਭਰ ਗਿਆ, ਧਿਆਨ ਅੱਗੇ ਵੱਲ, ਘਰ ਭਰ ਕੇ ਲੈ ਜਾ ਪੌੜੀਆਂ, ਧਿਆਨ ਤਾਂ ਉੱਧਰ ਹੈ। ਢਿੱਡ ਭਰਿਆ ਹੋਇਆ, ਭਰ ਵੀ ਗਿਆ ਪਰ ਮਨ ਨਹੀਂ ਭਰਿਆ। ਅੱਗੇ ਹੋਰ ਹੀ ਮਿਲ ਜੇ, ਹੋਰ ਇਕੱਠਾ ਕਰ ਲਵਾਂ, ਉਹ ਸਹਿਜ ਨਹੀਂ ਆਈ। ਉੱਥੇ ਰੁਕਿਆ ਨਹੀਂ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਚਲਾਕੀਆਂ ਦੇਖੋ ਕਿਤਨੀਆਂ, ਅੱਗੇ ਤੋਂ ਅੱਗੇ ਸੋਚੀ ਜਾ ਰਿਹਾ ਬੰਦਾ, ਤੇ ਬੰਦਿਆ ਨਾਲ ਕੁਝ ਨਹੀਂ। ਕਿਵ ਸਚਿਆਰਾ। ਸਚਿਆਰ ਕਹਿੰਦੇ ਸਹਿਜ ਦੀ ਬਿਰਤੀ, ਹੁਕਮ ਦੀ ਬਿਰਤੀ। ਖਾਲਸਾ ਰੱਬ ਦਾ ਸੰਤ ਮਹਾਤਮਾ ਗੁਰਮੁਖ। ਕਿਵ ਸਚਿਆਰਾ ਹੋਈਐ। ਭਾਈ ਚੰਗਾ ਇਨਸਾਨ ਕਿਵੇਂ ਬਣੇਗਾ? ਕਿਵ ਕੂੜੈ ਟੁੱਟੈ ਪਾਰ।
ਇਹ ਜਿਹੜਾ ਕੂੜ ਦਾ ਪਰਦਾ ਹੈ, ਕੂੜ ਦੀ ਕੰਧ ਹੈ, ਅੰਦਰ ਹੈ। ਆਖੋ ਸਤਨਾਮ। ਇੱਕ ਵਿਚਾਰ ਥੋੜੀ ਜਿਹੀ ਗੰਭੀਰ ਹੈ, ਸੁਚੇਤ ਹੋ ਕੇ ਸ਼ਰਵਣ ਕਰਨਾ। ਛਾਤੀ ਤੱਕ ਸਾਡੇ ਹਮੇਸ਼ਾ ਦੇਖਣਾ, ਇੱਧਰ ਕਾਲਾਪਨ, ਜਲਨ ਜੀ ਮਹਿਸੂਸ ਹੁੰਦੀ ਬੰਦੇ ਨੂੰ। ਕਈ ਵਾਰੀ ਉਹਨੂੰ ਤੇਜ਼ਾਬ ਕਹਿੰਦੇ ਆ, ਉਹ ਵੱਖਰੀ ਗੱਲ ਹੈ, ਤੇਜ਼ਾਬ ਬਣਦਾ ਉਹ ਖਾਣ ਪੀਣ ਦੀ ਗੱਲ ਹੈ, ਉਹ ਵੱਖਰੀ। 3 ਗੁਣ ਬੰਦੇ ਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਬੰਦਾ ਜਦੋਂ ਬੋਲਦਾ ਹੈ ਤਮੋ ਗੁਣ 'ਚ ਬੋਲਦਾ ਹੈ, ਜਦੋਂ ਉਹਦੇ ਗਲੇ ਤੱਕ ਆ ਜਾਂਦਾ ਹੈ ਉਹ ਬੋਲਣਾ, ਰਜੋ ਗੁਣ ਆ ਜਾਂਦਾ ਹੈ। ਛਾਤੀ ਤੱਕ ਸਤੋ ਗੁਣ ਹੈ। ਜਿਹੜਾ ਸ਼ਬਦ ਛਾਤੀ ਤੋਂ ਥੱਲੇ ਧੁਨੀ ਵੱਲ, ਪਰਾ ਬਾਣੀ ਵੱਲ ਚਲਾ ਗਿਆ ਨਾ, ਬੈਖਰੀ, ਇਹ ਜ਼ੁਬਾਨ ਤੋਂ ਜਿਹੜੀ ਬੋਲੀ ਜਾਂਦੀ, ਪਰਾ, ਪਸ਼ੰਤੀ, ਮਧਮਾ ਤੇ ਬੈਖਰੀ। ਮਧਮਾ ਗਲੇ ਤੋਂ, ਗਲੇ ਤੱਕ ਆ ਗਿਆ ਤੇ ਬਣ ਗਿਆ ਰਜੋਗੁਣ। ਹੁਣ ਅਸੀਂ ਆਮ ਗਿਆਨੀ ਧਿਆਨੀ ਕੇਵਲ ਮੂੰਹ ਤੋਂ ਬੋਲਦੇ ਹਾਂ, ਉਹ ਸਾਡਾ ਧਿਆਨ ਤਮੋਗੁਣੀ ਬਿਰਤੀ ਵੱਲ ਹੈ। ਜਦੋਂ ਉਹ ਗਲੇ ਤੋਂ ਆਵਾਜ਼ ਆਵੇਗੀ, ਵਾਹ, ਉਹ ਹੈ ਥੋੜੀ ਰਜੋਗੁਣੀ, ਥੋੜਾ ਜਿਹਾ ਰਜੇਵਾਂ ਜਾ ਆ ਗਿਆ। ਜਦੋਂ ਉਹ ਛਾਤੀ ਤੋਂ ਆਵੇਗੀ, ਵਾਹਿਗੁਰੂ, ਇਹ ਥੋੜਾ ਜਿਹਾ ਸਤੋਗੁਣ ਸਭ ਤੋਂ ਸ੍ਰੇਸ਼ਟ ਹੈ, ਤਿੰਨਾਂ ਤੋਂ ਸ੍ਰੇਸ਼ਟ ਹੈ, ਦੋਵਾਂ ਤੋਂ ਉੱਪਰਲੇ। ਇਸ ਤੋਂ ਵੀ ਥੱਲੇ ਜਾਣਾ ਪਵੇਗਾ, ਕਿਉਂਕਿ ਇੱਥੇ ਅਟਕ ਗਏ ਨਾ, ਫਿਰ ਘੁਮੇਰੀ ਦੁਬਾਰਾ ਆਵੇਗੀ ਖਾਲਸਾ ਜੀ। 3 ਗੁਣ ਬਾਰ-ਬਾਰ ਆਉਣਗੇ। ਜੇ ਇੱਥੇ ਅਟਕ ਗਏ ਤੇ ਮੁੜ ਕੇ ਫਿਰ ਤਮੋ ਗੁਣ ਵੀ ਆਵੇਗਾ, ਫਿਰ ਰਜੋ ਗੁਣ ਵੀ ਆਵੇਗਾ। ਇਸ ਕਰਕੇ ਰੱਬ ਦੇ ਪਿਆਰੇ ਮਹਾਂਪੁਰਸ਼ ਬਿਆਨ ਕਰਦੇ ਵੀ ਬੰਦਿਆ, ਇਸ ਤੋਂ ਥੱਲੇ ਵੀ ਚੱਲ, ਜਿੱਥੋਂ ਪਰਾਂ ਬਾਣੀ ਆ ਰਹੀ ਹੈ। ਉਹ ਕੀ ਹੈ? ਉਹਨੂੰ ਕਹਿੰਦੇ ਸਹਿਜ ਅਵਸਥਾ, ਸਹਿਜ ਗਿਆਨ। ਦੇਖੋ, ਸਾਰੇ ਦੇ ਆਪਣੇ ਦੇਖਣਾ, ਝਾਤੀ ਮਾਰਨਾ। ਜਿਹੜੇ ਥੋੜਾ ਜਿਹਾ ਸਾਧਨਾ ਕਰਨ ਵਾਲੇ ਜਾਣ ਲੈਂਦੇ ਨੇ ਕਿ ਹਮੇਸ਼ਾ ਸਾਡੇ ਇੱਥੇ ਕਾਲਾਪਨ ਹੁੰਦਾ ਛਾਤੀ ਤੇ। ਇੱਥੇ ਕੀ ਅਗਿਆਨ ਦਾ ਪਰਦਾ ਹੈ, ਦਿਖਦਾ ਨਹੀਂ। ਉਹ ਰੋਕ ਲੈਂਦਾ ਇਹਨੂੰ। ਸਤੋ ਗੁਣ ਤੋਂ ਬਾਅਦ ਅਗਿਆਨ ਦਾ ਪਰਦਾ ਰੋਕ ਲੈਂਦਾ। ਥੱਲੇ ਨਾ ਜਾਈ, ਥੱਲੇ ਚਲਾ ਗਿਆ ਤੇ ਮੇਰੇ ਤੋਂ ਗਿਆ। ਮਾਇਆ ਕਹਿੰਦੀ ਹੈ ਉਹ ਥੱਲੇ ਨਾ ਜਾਈ। ਥੱਲੇ ਭਾਵ ਰੂਹਾਨੀ ਤਲ ਵੱਲ, ਆਤਮ ਗਿਆਨ ਵੱਲ, ਪਰਾ ਬਾਣੀ ਵੱਲ। ਜੇ ਥੱਲੇ ਚਲਾ ਗਿਆ, ਰਜੋ ਗੁਣ ਤੋਂ ਗਿਆ, ਤਮੋ ਗੁਣ ਤੋਂ ਗਿਆ, ਸਤੋ ਗੁਣ ਤੋਂ ਗਿਆ ਬੰਦਾ। ਫਿਰ ਜਾਵੇਗਾ ਅਸਲ ਗਿਆਨ ਵੱਲ। ਫਿਰ ਉਹਦਾ ਪੜ੍ਹਨਾ, ਸੁਣਨਾ ਤੇ ਬੋਲਣਾ ਸਫਲਾ ਹੋ ਜਾਵੇਗਾ। ਤਾਂ ਕਬੀਰ ਸਾਹਿਬ ਕਹਿੰਦੇ, ਭਾਈ ਪੜ੍ਹ, ਪਰ ਪੜ੍ਹ ਕੇ ਥੱਲੇ ਲੈ ਜਾਈਂ। ਕਿਆ ਪੜ੍ਹੀਏ ਕਿਆ ਗੁਣੀਏ, ਕੋਈ ਵੀ ਅੱਖਰ ਪੜ੍ਹ ਲਓ। ਵਾਹਿਗੁਰੂ। ਜਿਤਨਾ ਰੱਬ ਥੱਲੇ ਲੈ ਜਾਣ, ਇਹਨਾਂ ਦੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਆਪਣੇ ਨਾਲ ਨਹੀਂ। ਉਹ ਸਤੋ ਗੁਣ ਤੋਂ ਬਾਅਦ ਬਖਸ਼ਿਸ਼ ਚੱਲਦੀ ਹੈ ਭਾਈ। ਸਤੋ ਗੁਣ ਤੋਂ ਬਾਅਦ ਆਪਣਾ ਜ਼ੋਰ ਨਹੀਂ ਚੱਲਦਾ, ਧਿਆਨ ਰੱਖਣਾ। ਜੇ ਕਹੋ ਨਾ ਮੈਂ ਕਰ ਲਵਾਂ, ਕੋਈ ਨਹੀਂ ਕਰ ਸਕਦਾ। ਬਸ ਹਰ ਵੇਲੇ ਉਦੋਂ ਅਰਦਾਸ, ਜਿੱਥੇ ਸਤੋ ਗੁਣ ਆ ਗਿਆ ਨਾ, ਉਦੋਂ ਅਰਦਾਸ, ਪਾਤਸ਼ਾਹ ਤੁਸੀਂ ਬਖਸ਼ਿਸ਼ ਕਰਨਾ। ਪੜੇ ਗੁਨੇ ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਉਦੋਂ ਪਾਤਸ਼ਾਹ ਇਹ ਸਹਿਜ ਨਾ ਮਿਲਿਆ, ਗਿਆਨ ਨਾ ਮਿਲਿਆ, ਟਿਕਾਣ ਨਾ ਮਿਲਿਆ, ਤੁਹਾਡੀ ਪ੍ਰਾਪਤੀ ਵੀ ਨਹੀਂ ਹੋਣੀ ਮਹਾਰਾਜ। ਤੁਸੀਂ ਸਹਿਜ ਰੂਪ ਹੋ, ਤੁਸੀਂ ਆਤਮ ਗਿਆਨ ਰੂਪ ਹੋ ਪਾਤਸ਼ਾਹ। ਐ ਰੱਬ ਜੀ ਇਹ ਕਿਰਪਾ ਕਰਨਾ। ਹਰ ਕਾ ਨਾਮ ਨਾ ਜਪਸ ਗਵਾਰਾ। ਐ ਬੰਦਿਆ, ਇਹ ਤਾਂ ਤੂੰ ਕੀਤਾ ਨਹੀਂ, ਮੂਰਖਾ। ਸਾਨੂੰ ਮੂਰਖ ਕਹਿ ਰਹੇ ਨੇ। ਹੁਣ ਜਿਹੜਾ ਜਿਹੜਾ ਇਹਨੂੰ ਪੜ੍ਹੇਗਾ, ਸੁਣੇਗਾ, ਆਪਣੇ ਆਪ ਨੂੰ ਆਖੇਗਾ, ਦੂਜੇ ਨੂੰ ਨਹੀਂ ਕਦੀ ਆਖਣਾ। ਸਾਡਾ ਧਿਆਨ ਕੀ ਹੈ ਵੀ ਉਹ ਮੂਰਖ ਹੈ? ਨਹੀਂ, ਮੂੰਹ ਰੱਖ,
ਜਿਹੜਾ ਮੂੰਹ ਦੀ ਗੱਲ ਨੂੰ ਮੂਹਰੇ ਰੱਖੇ ਉਹਨੂੰ ਕਹਿੰਦੇ ਮੂਰਖ। ਮੂੰਹ ਜ਼ੁਬਾਨ ਮੂੰਹ ਰੱਖ, ਸਾਹਮਣੇ ਰੱਖ ਦੇਣੀ, ਭਾਵ ਉਤਲੀ ਗੱਲਾਂ ਕਰਨੀਆਂ। ਇਹ ਮੂਰਖ ਨਾ, ਇਹ ਨਾ ਕਰ। ਤੂੰ ਪੜ੍ਹ ਰਹੇ ਮੂੰਹ ਤੋਂ ਪੜ੍ਹ ਰਹੇ, ਮੂਰਖ ਹੈ, ਇਹ ਨਾ ਕਰ। ਹਰ ਕਾ ਨਾਮ ਨਾ ਜਪਸ, ਇਹ ਨਹੀਂ ਜਪਦਾ। ਕੌਣ? ਮੂਰਖ ਮਨ, ਗਵਾਰ ਮਨ। ਹਰ ਕਾ ਨਾਮ ਨਾ ਜਪਸ ਗਵਾਰਾ, ਇਹ ਗਵਾਰ ਕੌਣ ਹੁੰਦਾ ਹੈ? ਜਿਹਨੂੰ ਕੁਛ ਪਤਾ ਹੀ ਨਹੀਂ। ਆਮ ਕਹਿੰਦੇ ਆ ਵੀ ਤਾਂ ਗਵਾਰ ਹੈ। ਤੇ ਖਾਲਸਾ ਜਦ ਤੱਕ ਆਪਣੇ ਆਪ ਨੂੰ ਗਵਾਰ ਨਹੀਂ ਸਮਝਾਂਗੇ ਨਾ, ਉਦ ਤੱਕ ਸਿਮਰਨ ਵੀ ਨਹੀਂ ਹੋਣਾ, ਉਦ ਤੱਕ ਬਖਸ਼ਿਸ਼ ਵੀ ਨਹੀਂ ਹੁੰਦੀ। ਹਰ ਬੰਦਾ ਕਹਿੰਦਾ ਮੈਂ ਸਿਆਣਾ। ਹੁਣ ਸਾਰੇ ਬੈਠੇ ਆ, ਕੋਈ ਐਸਾ ਬੰਦਾ ਨਹੀਂ ਜਿਹੜਾ ਕਵੇ ਜੀ ਮੈਂ ਨਹੀਂ ਕੁਝ ਜਾਣਦਾ। ਸਾਰੇ ਬੱਚੇ ਤੋਂ ਬੱਚੇ ਵੀ ਬੈਠੇ, ਜਵਾਨ ਵੀ, ਬਜ਼ੁਰਗ ਬੈਠੇ, ਸਾਰੇ ਕਹਿੰਦੇ ਮੈਂ ਕੁਝ ਜਾਣਦਾ ਨਾ। ਜਦੋਂ ਮੈਂ ਕੁਝ ਜਾਣਦਾ ਉਦੋਂ ਕੁਛ ਨਹੀਂ ਜਾਣਦੇ। ਬਸ ਇੱਥੇ ਰੁਕਣਾ ਪਵੇਗਾ। ਰੂਹਾਨੀ ਲੈਵਲ ਇੱਥੋਂ ਸ਼ੁਰੂ ਹੁੰਦਾ ਹੈ। ਦੁਨਿਆਵੀ ਲੈਵਲ 'ਚ ਬਹੁਤ ਬੰਦੇ ਨੂੰ ਗਿਆਨ ਹੈ। ਕੋਈ ਬੱਟੇ ਕੀ ਪੜ੍ਹੇ ਫਿਰਦੇ, ਕੋਈ ਕੀ ਪੜ੍ਹੇ, ਸਭ ਨੂੰ ਪਤਾ ਹੈ, ਸਭ ਨੂੰ ਗਿਆਨ ਹੈ, ਡਿਗਰੀਆਂ ਸਭ ਕੋਲ ਹੈ। ਜਿਹੜੇ ਅਨਪੜ੍ਹ ਵੀ ਉਹਨਾਂ ਨੂੰ ਵੀ ਬੜੀ ਨੌਲੇਜ ਹੈ। ਉਹਨੂੰ ਤਜਰਬਾ ਹੋ ਗਿਆ ਨਾ, ਤਜਰਬਾ ਨੌਲੇਜ ਕਰਾਉਂਦਾ ਹੈ ਖਾਲਸਾ ਜੀ। ਪਰ ਇਹਦਾ ਜਿਹੜਾ ਗਿਆਨ ਹੈ ਨਾ, ਰੱਬ ਦਾ ਗਿਆਨ, ਇਹ ਸ਼ੁਰੂ ਹੋਵੇਗਾ ਰੱਬ ਜੀ ਕੁਛ ਨਹੀਂ ਜਾਣਦਾ। ਹੋ ਮੂਰਖ, ਮੂਰਖ ਕਹਿਣਾ ਪਵੇ। ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸਰਮਾ। ਇਹ ਹੈ ਖਾਲਸਾ ਜੀ ਨਿਮਰਤਾ, ਇਹ ਸ਼ੁੱਧ ਨਿਮਰਤਾ ਹੈ। ਰੱਬ ਜੀ ਇਹ ਬਖਸ਼ਿਸ਼ ਕਰਨਾ। ਹਰ ਕਾ ਨਾਮ ਨਾ ਜਪਸ, ਬੰਦਿਆ ਨਹੀਂ ਜਪਦਾ। ਵਾਹਿਗੁਰੂ ਜਪਣਾ ਪਵੇਗਾ। ਕਿਆ ਸੋਚ ਹੈ ਬਾਰੰਬਾਰਾ, ਬੰਦਾ ਸੋਚਦਾ ਹੈ ਬਾਰੰਗ, ਮੁੜ ਮੁੜ ਕੇ। ਦੋ ਆ ਗਿਆ ਨਾ, ਬਾਰੰਬਾਰਾ, ਮੁੜ ਮੁੜ ਕੇ, ਦੁਬਾਰਾ ਫਿਰ ਸੋਚਦਾ ਹੈ ਅਜੇ ਕਰਾਂਗਾ, ਅਜੇ ਤਾਂ ਉਮਰ ਪਈ ਹੈ, ਅਜੇ ਤਾਂ ਉਮਰ ਪਈ ਹੈ। ਸਾਨੂੰ ਵੀ ਧਿਆਨ ਹੈ ਵੀ ਅੱਜ ਸਾਡਾ ਦਿਨ ਪਿਆ। ਬੰਦਾ ਕਹਿੰਦਾ ਚਲੋ ਅੱਜ ਕਰ ਲਾਂਗਾ, ਪਤਾ ਤੈਨੂੰ ਪਿਆ ਹੈ, ਇੱਕ ਸਾਹ ਦਾ ਭਰੋਸਾ ਨਹੀਂ ਨਾ, ਫਿਰ ਕਿਉਂ ਕਹਿੰਦੇ ਆ? ਸਭ ਨੂੰ ਪਤਾ ਹੈ ਵੀ ਅੱਜ ਕਰਾਂਗਾ, ਮੈਂ ਕੱਲ ਕਰਾਂਗਾ। ਬੰਦਾ ਅੱਗੇ ਸੋਚਦਾ, ਜਿਹੜਾ ਹੁਣ ਸਾਹ ਮਿਲਦਾ ਹੈ ਉਹ ਸਾਹ ਨੂੰ ਪਕੜ ਲੈ ਬੰਦਿਆ, ਉਸ ਨੂੰ ਰੱਬ ਨਾਲ ਜੋੜ ਲੈ, ਬਸ ਅੱਗੇ ਤੁਰ। ਬੰਦਾ ਕਹਿੰਦਾ ਅੱਗੇ ਤੁਰ। ਉਹ ਜਿਹੜਾ ਤੇਰੇ ਕੋਲ ਹੈ ਉਹਦਾ ਸਾਂਭ। ਬਾਈਬਲ ਵਿੱਚ ਇਹ ਪੰਕਤੀ ਆਪ ਜੀ ਨੇ ਕਈ ਵਾਰੀ ਸੁਣੀ ਹੋਣੀ, ਇੱਥੋਂ ਹੀ। ਉੱਠੋ, ਜਾਗੋ, ਜੋ ਤੁਹਾਡੇ ਕੋਲ ਹੈ ਉਹਨੂੰ ਸਾਂਭ ਲਵੋ। ਉੱਠੋ ਬੰਦਿਆ, ਮੋਹ ਦੀ ਨੀਂਦ ਤੋਂ ਉੱਠ, ਜਾਗ, ਸੁਚੇਤ ਹੋ। ਜੋ ਤੇਰੇ ਕੋਲ ਹੈ ਉਹਨੂੰ ਸਾਂਭ ਲੈ, ਬਸ। ਬੰਦਾ ਅੱਗੇ ਤੋਂ ਅੱਗੇ ਹੋਰ ਆ ਜੇ। ਜਿਹੜਾ ਹੈ ਪੱਲੇ ਉਹ ਤਾਂ ਸਾਂਭ ਨਹੀਂ ਰਿਹਾ। ਪੱਲੇ ਕੀ ਹੈ? ਇੱਕ ਸਾਹ ਹੈ, ਬਸ। ਰੱਬ ਹੈ, ਸਾਹ ਰੱਬ ਹੈ। ਜਿਹੜਾ ਸਾਹ ਚੱਲਦਾ ਅੰਦਰ, ਕਿਸ ਕਰਕੇ ਚੱਲਦਾ? ਉਹ ਰੱਬ ਚਲਾ ਰਿਹਾ ਅੰਦਰ ਜੀ। ਜਦੋਂ ਕਹਿੰਦੇ ਸਾਹ ਬੰਦ ਗਿਆ ਜੀ, ਫਿਰ ਬੋਡੀ ਚੋਂ ਰੱਬ ਦੀ ਜੋਤ ਵੀ ਬਾਹਰ ਹੋ ਜਾਂਦੀ। ਉਹ ਰੱਬ ਸਾਂਭ। ਬੰਦਾ ਨਹੀਂ ਕਹਿੰਦਾ, ਅੱਗੇ ਧਿਆਨ ਉਹਦਾ ਬਾਹਰ ਖਿੰਡਦਾ ਵੀ ਉਹਨੂੰ ਪਕੜ ਲਵਾਂ, ਉਹਨੂੰ ਪਕੜ ਲਾ। ਹੁਣੇ ਮੈਂ ਦੀਵਾਰ 'ਚ ਜੋਤ ਵੱਲ ਜਾ ਰਿਹਾ ਸੀ, ਉੱਧਰ ਧਿਆਨ ਆ ਗਿਆ। ਕੁਛ ਰੱਬ ਦੇ ਪਿਆਰੇ ਗੱਲਾਂ ਕਰਦੇ ਪਏ ਸਨ। ਗੱਲਾਂ ਦੁਨਿਆਵੀ, ਕੋਰੋਨਾ ਵਾਇਰਸ ਹੋ ਗਿਆ, ਇਤਨੇ ਬੰਦੇ ਮਰ ਗਏ, ਇਤਨੇ, ਉਹ ਤਾਂ ਚੱਲਦੇ ਹੀ ਰਹਿਣਾ। ਵੈਸੇ ਵੀ ਤਾਂ ਬੰਦੇ ਮਰਦੇ ਹੀ ਸੀ। ਜੋ ਹੋਣਾ ਉਹਨੇ ਚੱਲਦਾ ਹੀ ਰਹਿਣਾ। ਕਈ ਬਿਮਾਰੀਆਂ ਰੋਜ਼ ਆਉਂਦੀ ਹੈ ਬੰਦੇ ਨੂੰ, ਆਉਂਦੀ ਰਹਿਣਗੀਆਂ ਭਾਈ। ਹੁਣ ਛੱਡੀਏ ਉਹਨੂੰ ਵੀ, ਉਹਦੇ ਮਗਰ ਲੱਗਿਆ ਰਹਿਣਾ।
ਸੁਚੇਤ ਹੋਈਏ ਖਾਲਸਾ ਜੀ। ਸਾਡਾ ਧਿਆਨ ਪੁਰਾਣੀ ਕਹਿ ਲਓ ਗੜੇ ਮੁਰਦੇ ਉਖਾੜਨੇ, ਆਮ ਸਿਆਣੇ ਦੀ ਕਹਾਵਤ ਹੈ, ਗੜੇ ਮੁਰਦੇ ਉਖਾੜੀ ਜਾਣੇ। ਉਹ ਜੋ ਗੱਲਾਂ ਬੀਤ ਗਈਆਂ ਛੱਡੋ, ਹੁਣ ਜਿਹੜੀ ਕੱਲ ਹੋ ਗਈ ਛੱਡੋ, ਜਿਹੜੇ ਸਾਡੇ ਕੋਲ ਹੁਣ ਹੈ। ਹੁਣ ਕੀ ਹੈ? ਇੱਕ ਸਾਹ ਆ ਰਿਹਾ ਬੰਦਿਆ, ਬਸ ਉਹਨੂੰ ਸਾਂਭ। ਪਰ ਬੰਦਾ ਸਾਂਭਦਾ ਨਹੀਂ, ਅੱਗੇ ਅੱਗੇ ਸੋਚਦਾ, ਪਿੱਛੇ ਬਾਰ ਸੋਚਦਾ। ਜੋ ਹੁਣ ਚੱਲਦਾ ਹੈ ਐਟ ਪ੍ਰੈਜ਼ੈਂਟ ਟਾਈਮ, ਉਸ ਬਾਰੇ ਨਹੀਂ ਬੰਦੇ ਨੂੰ ਪਤਾ। ਜੇ ਬੰਦਾ ਇਹਨੂੰ ਸਮਝ ਲਵੇਗਾ ਨਾ, ਕਿਆ ਸੋਚੇ ਹੈ ਬਾਰ, ਸੋਚਦਾ ਹੈ ਬੰਦਾ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਨਾ ਸੋਚ ਨਾ। ਬਸ ਜੋ ਤੇਰਾ ਸਾਹ ਆ ਰਿਹਾ ਹੈ ਉਹਨੂੰ ਚੰਗੇ ਕੰਮ ਵੱਲ ਲਾ। ਆਪਣੀ ਦੁਕਾਨ ਤੇ ਜਾ, ਫਰਜ਼ ਨਿਭਾ, ਪਰ ਉਹਦੇ ਨਾਲ ਰੱਬ ਨੂੰ ਯਾਦ ਰੱਖੀ। ਵਿਸ਼ਰਾਮ ਦੇ ਕੇ, ਟਿਕਾ ਕੇ, ਰੋਕ ਕੇ ਫਿਰ ਦੱਸਦੇ ਹਨ। ਅੰਧਿਆਰੇ ਦੀਪਕ ਚਹਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੜ੍ਹਨਾ ਕਿਸ ਲਈ ਹੁੰਦਾ ਹੈ? ਤੁਸੀਂ ਦੇਖਿਆ ਹੋਣਾ, ਪੜ੍ਹਾਈ ਦੀਵਾ ਹੈ, ਗਿਆਨ ਹੈ, ਦੀਪਕ ਹੈ, ਰੋਸ਼ਨੀ ਹੈ, ਇਹੀ ਹੈ, ਪ੍ਰਕਾਸ਼ ਹੈ। ਬੰਦਾ ਪੜ੍ਹ ਤਾਂ ਲਿਆ ਉਹਨੇ, ਪਰ ਦੀਵਾ ਨਹੀਂ ਜਗਾਇਆ ਉਹਨੇ। ਅੰਧਿਆਰੇ ਦੀਪਕ ਚਾਹੀਏ। ਇਹ ਰਾਤ ਵਿੱਚ ਬਿਲਡਿੰਗ ਬੰਦ ਹੁੰਦੀ ਹੈ, ਚਲੋ ਇੱਕ ਲਾਈਟ ਜਗਾ ਦਿੰਦੇ ਹਨ। ਗੁਰੂ ਘਰ ਲਾਈਟ ਕੋਈ ਬੰਦ ਨਹੀਂ ਕਰਦੇ, ਮਰਿਆਦਾ ਹੈ, ਛੋਟੀ ਛੋਟੀ ਜਗਾ ਦਿੰਦੇ ਹਨ। ਜੇ ਬਿਲਕੁਲ ਬੰਦ ਹੋਵੇ, ਫਿਰ ਕੋਈ ਸਿਆਣਾ ਬੰਦਾ ਆਵੇਗਾ ਅੰਦਰ ਵੜਨ ਲਈ, ਉਹ ਪਹਿਲਾਂ ਦੀਵਾ ਜਗਾਵੇਗਾ। ਕੋਈ ਪਹਿਲਾਂ ਦੀਵੇ ਹੁੰਦੇ ਸਨ, ਅੱਜ ਕੱਲ੍ਹ ਸਵਿਚ ਔਨ ਕੀਤਾ ਤੇ ਲਾਈਟ ਚੱਲ ਗਈ। ਜੇ ਹਨੇਰਾ ਹੀ ਰਵੇ, ਕੋਈ ਨਜ਼ਰ ਨਹੀਂ ਆਵੇਗਾ ਨਾ। ਇਸ ਕਰਕੇ ਬੰਦਿਆ, ਹਨੇਰੇ ਵਿੱਚ ਦੀਵਾ ਜਗਾਉਣਾ ਜ਼ਰੂਰੀ ਹੈ, ਲਾਈਟ ਜਗਾਉਣੀ ਜ਼ਰੂਰੀ ਹੈ। ਹੁਣ ਜਿਹੜਾ ਤੂੰ ਪੜ੍ਹ ਤਾਂ ਲਿਆ, ਬੁੱਧੀ ਵਿੱਚ ਇਕੱਠਾ ਕਰ ਲਿਆ, ਪਰ ਉਹਨੂੰ ਅੰਦਰ ਲੈ ਕੇ ਨਹੀਂ ਗਿਆ। ਤੇ ਬੰਦੇ ਨੇ ਪੜ੍ਹ ਲਿਆ, ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਪੜ੍ਹ ਲਿਆ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਪੜ੍ਹ ਲਿਆ। ਬੰਦਿਆ ਇਹਨੂੰ ਸਮਝ, ਇਹ ਗਿਆਨ ਹੈ, ਇਹ ਦੀਵਾ ਹੈ। ਇਹਨੂੰ ਉੱਥੇ ਲੈ ਜਾ ਜਿੱਥੇ ਖਾਲਸਾ ਜੀ ਪ੍ਰਕਾਸ਼ਮਈ ਕਾਲ ਪੁਰਖ ਹੈ। ਬੁੱਧੀ ਦੇ ਲੈਵਲ 'ਤੇ ਨਾ ਲੈ ਜੀ ਇਹਨੂੰ, ਥੋੜ੍ਹਾ ਜਿਹਾ ਥੱਲੇ ਲੈ ਜਾਈ, ਜਿੱਥੇ ਆਤਮ ਗਿਆਨ ਰੂਪੀ ਲੈਵਲ ਹੈ। ਅੰਧਿਆਰੇ ਦੀਪਕ ਚਾਹੀਏ। ਹੁਣ ਇਹਦੀ ਸਮਝ ਹੀ ਦੀਵਾ ਹੈ। ਸਮਝ ਹੈ ਨਾ, ਕਿ ਸੋਚੈ ਸੋਚ ਨਾ ਹੋ ਬਈ। ਇਹਦੇ ਦੋ ਅਰਥ ਹੈ ਤਾਂ ਬੜੇ, ਪਰ ਦੋ ਅਰਥ ਪ੍ਰਸਿੱਧ ਹਨ। ਸੁਚਮਤਾ ਬੰਦਾ ਜਿਤਨਾ ਮਰਜ਼ੀ ਕਰ ਲਵੇ, ਨਿਰਮਲਤਾ, ਸੁਚਣਾ, ਨਹਾਣਾ ਧੋਣਾ, ਪਰ ਲੱਖਾਂ ਵਾਰੀ ਨਹਾ ਵੀ ਲਵੇ, ਉਹਦੀ ਸੁੱਚ ਨਹੀਂ ਹੋਣੀ। ਮਨ ਤਾਂ ਗੰਦਾ। ਚੁੱਪੈ ਚੁੱਪ ਨਾ ਹੋ ਬਈ। ਜੇ ਬੰਦਾ ਚੁੱਪ ਕਰਕੇ ਬੈਠ ਗਿਆ, ਮੌਨੀ ਬਣ ਕੇ ਬੈਠ ਗਿਆ, ਪਰ ਮਨ ਕਲਪਨਾ ਹੈ, ਮਨ ਵਿੱਚ ਕੋਈ ਵਿਚਾਰ ਚੱਲਦੇ ਪਏ ਹਨ, ਉਹ ਚੁੱਪ ਨਹੀਂ। ਉਹਨੂੰ ਪਕੜ। ਕੀ ਹੈ ਉਹ? ਉਹ ਹੈ ਦੀਵਾ। ਅੰਧਿਆਰੇ ਦੀਪਕ ਚਾਹੀਏ। ਕਿ ਅਸਲ ਚੁੱਪ ਕੀ ਹੈ? ਮਨ ਦੀ ਬਿਰਤੀਆਂ ਨੂੰ ਟਿਕਾਣਾ ਹੀ ਚੁੱਪ ਹੈ ਖਾਲਸਾ ਜੀ। ਮਨ ਨੂੰ ਰੋਕ ਕੇ ਰੱਬ ਦੇ ਵੱਲ ਲੈ ਜਾਣਾ। ਵਾਹਿਗੁਰੂ। ਬੰਦਾ ਅੰਦਰ ਜਾ ਰਿਹਾ ਨਾ, ਇਹ ਗਿਆਨ ਵੱਲ ਜਾ ਰਿਹਾ ਹੈ। ਅੰਧਿਆਰੇ ਦੀਪਕ ਚਾਹੀਏ। ਅੰਧੇਰੇ ਵਿੱਚ ਭਾਈ ਦੀਵੇ ਦੀ ਲੋੜ ਹੈ। ਇੱਕ ਬਸਤ ਅਗੋਚਰ ਲਹਿਆ। ਤੇ ਉਸ ਅੰਧੇਰੇ ਵਿੱਚ ਜੇ ਦੀਵਾ ਜਗਾਵੇਗਾ, ਇੱਕ ਵਸਤੂ ਪਈ ਹੈ। ਇਹ ਵੀ ਵਾਰਤਾ ਆਪ ਜੀ ਨੇ ਕਈ ਵਾਰੀ ਸੁਣੀ ਹੈ, ਪਰ ਸਮਝਾਉਣ ਲਈ ਮੁੜ ਮੁੜ ਕੇ ਰਿਪੀਟ ਕਰਨੀ ਪੈਂਦੀ ਹੈ। ਰਬੀਆ ਸਿਆਣੀ ਲੜਕੀ, ਨੌਜਵਾਨ, ਦੀਵਾ ਲੈ ਕੇ ਬਾਹਰ ਵਿਹੜੇ 'ਚ ਕੁਝ ਲੱਭ ਰਹੀ ਸੀ।
ਇਤਨੀ ਦੇਰ ਨੂੰ ਹੁਸੈਨ ਆ ਗਿਆ। ਕਹਿਣ ਲੱਗਾ, ਨੀ ਰੱਬੀਆ ਕੀ ਲੱਭਦੀ ਪਈ ਏ? ਕਹਿਣ ਲੱਗੀ, ਆ ਹੁਸੈਨ ਤੂੰ ਵੀ ਆ ਜਾ, ਤੂੰ ਵੀ ਥੋੜੀ ਸਹਾਇਤਾ ਕਰ, ਹੈਲਪ ਕਰ। ਇੱਥੇ ਮੇਰੀ ਸੂਈ ਗੁੰਮ ਗਈ ਏ, ਗਵਾਚ ਗਈ ਹੈ, ਤੇ ਇਹਨੂੰ ਲੱਭ ਦੇ। ਹੁਸੈਨ ਕਹਿਣਾ, ਕਿੱਥੇ ਗਿਰੀ ਏ? ਕਹਿਣ ਲੱਗੀ, ਇੱਥੇ ਗਿਰੀ ਏ। ਲੱਭ ਤਾਂ ਸਹੀ ਪਹਿਲਾਂ। ਲੱਭਣ ਲੱਗਾ, ਦੀਵੇ ਦੀ ਲੋਚ ਲੱਭਣ ਲੱਗਾ। ਹੁਣ ਦਿਨ ਵਿੱਚ ਦੀਵੇ ਦੀ ਲੋ, ਵੱਡਾ ਦੀਵਾ ਜਗਦਾ ਪਿਆ, ਉਹਦੀ ਲੋਚ ਲੱਭਣ ਲੱਗਾ। ਦੁਬਾਰਾ ਪੁੱਛਣ, ਕਿੱਥੇ ਗਿਰੀ ਹੈ? ਉਹ ਕਹਿੰਦੀ, ਅੰਦਰ ਗਿਰੀ ਹੈ, ਘਰ ਕਮਰੇ 'ਚ ਗਿਰੀ ਹੈ। ਹੁਸੈਨ ਕਹਿਣ ਲੱਗਾ, ਸੁਣਿਆ ਸੀ ਰਬੀਆ ਕੁਰਾਨ ਦਾ ਪਾਠ ਕਰ ਕਰਕੇ ਪਾਗਲ ਹੋ ਗਈ ਹੈ, ਪਰ ਅੱਜ ਨਜ਼ਰ ਆ ਗਿਆ ਤੂੰ ਪਾਗਲ ਹੋ ਗਈ ਹੈ। ਕਹਿਣ ਲੱਗੀ, ਹਾਂ ਬਸ ਇਹੀ ਤਾਂ ਗੱਲ ਸੀ, ਤੁਹਾਨੂੰ ਸਮਝਾਉਣਾ ਸੀ ਵੀ ਕੁਰਾਨ ਦਾ ਪਾਠ ਪਾਗਲ ਨਹੀਂ ਕਰਦਾ। ਪਾਗਲ ਜਿਹੜਾ ਅਸਲ ਗੱਲ ਨੂੰ ਪਾ ਲੈਂਦਾ ਉਹ ਕੁਰਾਨ ਦਾ ਪਾਠ ਕਰਨ ਦਾ ਲਾਇਕ ਹੋ ਜਾਂਦਾ ਹੈ। ਕੁਰਾਨ ਦਾ ਪਾਠ, ਧਰਮ ਗ੍ਰੰਥਾਂ ਦਾ ਪਾਠ ਅਸਲ ਗਿਆਨ ਨੂੰ ਪਾ ਲੈਂਦਾ ਹੈ ਖਾਲਸਾ। ਇਹ ਹੁਸੈਨ ਤੈਨੂੰ ਦੱਸਣਾ ਇਹੀ ਸੀ ਕਿ ਰੱਬ ਸਾਡੇ ਅੰਦਰ ਹੈ, ਅਸੀਂ ਕੁਰਾਨ ਬਾਹਰੋਂ ਪੜ੍ਹੀ ਜਾਂਦੇ, ਪਰ ਵਿੱਚ ਕੀ ਹੈ ਕੁਰਾਨ ਦੇ? ਉਹ ਗਿਆਨ ਦਾ ਦੀਵਾ ਜਗਾਈਏ। ਬਾਹਰੋਂ ਕਰਮ ਕਾਂਡ ਕਰੀ ਜਾਂਦੇ ਆ ਵੀ ਇਹ ਕਰਮ ਕਰ ਲਓ, ਇਹ ਮਿਲੇਗਾ, ਲੋਕਾਂ ਨੂੰ ਖੁਸ਼ ਕਰ ਲਓ, ਪੈਸੇ ਮਿਲਣਗੇ, ਵਡਿਆਈ ਮਿਲੇਗੀ, ਠੀਕ ਹੈ, ਪਰ ਹੁਸੈਨ ਅੰਦਰ ਗਿਆਨ ਦਾ ਦੀਵਾ ਜਗਾ। ਇੱਕ ਬਸਤ ਅਗੋਚਰ ਲਹੀ ਹੈ, ਉਹ ਵਸਤੂ ਅਗੋਚਰ ਹੈ ਖਾਲਸਾ ਜੀ। ਆਖੋ ਸਤਨਾਮ। ਹੁਣ ਕਿੱਥੇ ਆਤਮਾ ਹੈ ਬੰਦੇ ਨੂੰ? ਅੱਜ ਕੱਲ੍ਹ ਬੱਚੇ ਬੜੇ ਕੁਐਸਚਨ ਕਰਦੇ ਜੀ, ਪੁੱਛਦੇ ਦੱਸੋ ਕਿੱਥੇ ਰੱਬ ਹੈ ਜੀ, ਕਿੱਥੇ ਮਨ ਹੈ, ਕਿੱਥੇ ਆਤਮਾ? ਵਿਖਾਓ। ਉਹ ਤਾਂ ਪ੍ਰਤੱਖ ਨੂੰ ਪ੍ਰਮਾਣ, 6 ਪ੍ਰਮਾਣ ਹਨ ਵਿਦਾਂਤ ਵਿੱਚ, 6 ਪ੍ਰਮਾਣ ਮੰਨਦੇ। ਪ੍ਰਤੱਖ ਪ੍ਰਮਾਣ, ਸ਼ਬਦਾ ਪ੍ਰਮਾਣ, ਅਨੁਮਾਨ ਪ੍ਰਮਾਣ ਆਦਿ, ਅਤਿਸ਼ਯੋਕਤੀ ਖਾਲਸਾ ਜੀ, ਅਰਥਾਪਤੀ ਪ੍ਰਮਾਣ। ਇਹ ਪ੍ਰਮਾਣ 6 ਮੰਨਦੇ। ਸਭ ਤੋਂ ਜ਼ਿਆਦਾ ਪ੍ਰਮਾਣ ਮੰਨਦੇ ਪ੍ਰਤੱਖ ਸਾਇੰਟਿਸਟ ਇਹ ਮੰਨਦੇ ਨੂੰ। ਪਰਤਾਓ ਜੀ ਕਿੱਥੇ ਰੱਬ ਹੈ, ਦਿਖਾਓ, ਸਾਹਮਣੇ ਦਿਖਾਓ ਸਾਨੂੰ। ਉਹ ਭਾਈ ਬੰਦਿਆ, ਅੱਖਾਂ ਤੇਰੀ ਵੇਖਣ ਵਾਲੀ ਜੇ ਬਣ ਗਈ ਨਾ, ਫਿਰ ਤੂੰ ਉਹਨੂੰ ਵੇਖ ਲਵੇਂਗਾ। ਕੱਲ ਇੱਕ ਮਹਾਂਪੁਰਸ਼ ਕਹਿਣ ਲੱਗੇ ਕਿ ਜਦੋਂ ਸ਼ਕਤੀ ਆਉਂਦੀ ਹੈ ਨਾ, ਪ੍ਰਕਾਸ਼ ਆਉਂਦਾ ਹੈ, ਉਹਨੂੰ ਸਹਿਣ ਕਰਨ ਦੀ ਸਮਰੱਥਾ ਵੀ ਹੋਵੇ। ਸਮਰੱਥਾ ਨਹੀਂ ਹੁੰਦੀ ਬੰਦਿਆਂ ਵਿੱਚ, ਉਹ ਪਾਗਲ ਬਣ ਜਾਂਦੇ ਆ। ਜਦੋਂ ਪਾਵਰ ਆਉਂਦੀ ਹੈ, ਜਿਹਨੂੰ ਕਹਿੰਦੇ ਆਤਮਾ ਪਰਮਾਤਮਾ ਦਾ ਜੋਤ ਰੂਪ ਪ੍ਰਗਟਾਵਾ ਹੁੰਦਾ ਹੈ, ਆਮ ਬੰਦੇ ਤੱਕ ਉਦੋਂ ਪਾਗਲ ਬਣ ਜਾਂਦੇ ਨੇ। ਉਹਨਾਂ ਨੂੰ ਸਹਿਣ ਨਹੀਂ ਹੁੰਦੀ ਖਾਲਸਾ ਜੀ। ਉਹ ਸਹਿਣ ਕਰਨ ਲਈ ਫਿਰ ਸੇਵਾ ਕਰਨੀ ਪੈਂਦੀ। ਪਹਿਲਾਂ ਸੇਵਾ, ਸਾਧਨਾ, ਸੰਗਤ, ਬਖਸ਼ਿਸ਼, ਇਹ ਮਹਾਂਪੁਰਸ਼ਾਂ ਦੀ ਲੈ ਕੇ ਫਿਰ ਬੰਦਾ ਉੱਥੇ ਪਹੁੰਚਦਾ ਉਸ ਲੈਵਲ ਤੱਕ। ਜਦੋਂ ਪਹੁੰਚ ਗਿਆ ਫਿਰ ਬਸਤ ਅਗੋਚਰ ਲਹੀਐ। ਅਗੋਚਰ ਜਿਹੜੀ ਅੱਖਾਂ ਨਾਲ ਨਹੀਂ ਵਿਖਦੀ, ਹੱਥ ਨਾਲ ਪਕੜੀ ਨਹੀਂ ਜਾਂਦੀ, ਉਹ ਗੋਚਰ ਵਸਤੂ ਹੈ। ਕਿਸੇ ਗਿਆਨ ਇੰਦਰੀ ਦਾ, ਕਰਮ ਇੰਦਰੀ ਦਾ ਜੋ ਵਿਸ਼ਾ ਨਹੀਂ, ਉਹਨੂੰ ਕਹਿੰਦੇ ਅਗੋਚਰ। ਇੱਕ ਆਮ ਸ਼ਬਦ ਹੈ ਗੋਚਰੇ, ਪੰਜਾਬੀ ਦਾ ਸ਼ਬਦ ਹੈ ਸ਼ਾਇਦ। ਆਮ ਕਹਿੰਦੇ ਵੀ ਇਹ ਕੰਮ ਤੇਰੇ ਗੋਚਰੇ ਨਹੀਂ, ਤੇਰੇ ਕੰਮ ਨਹੀਂ, ਤੇਰੇ ਤੋਂ ਨਹੀਂ ਹੋਣਾ। ਗੋਚਰੇ ਕੰਮ, ਉਹਦਾ ਵਿਸ਼ਾ, ਇੱਕ ਇਹ ਕੰਮ ਕਰਨਾ ਤੇਰਾ ਵਿਸ਼ਾ ਨਹੀਂ, ਤੇਰੇ ਤੋਂ ਨਹੀਂ ਹੋਣਾ। ਅਗੋਚਰ ਜੋ ਕਿਸੇ ਦਾ ਵਿਸ਼ਾ ਨਹੀਂ, ਜੋ ਕਿਸੇ ਗਿਆਨ ਇੰਦਰੀ ਦਾ ਵਿਸ਼ਾ ਨਹੀਂ, ਉਹ ਹੈ ਵਸਤੂ, ਥਿੰਗ। ਸ਼ੈ ਕਿਹੜੀ ਹੈ, ਕਿਹੜੀ ਵਸਤੂ ਹੈ? ਇੱਕ ਬਸਤ ਅਗੋਚਰ ਲਹੀਐ। ਇਹ ਬੰਦਿਆ ਉਹ ਆਤਮ ਵਸਤੂ ਹੈ। ਹਾਂ ਤੂੰ ਗਿਆਨ ਕਮਾ ਰਿਹਾ, ਗਿਆਨ ਲੈ ਕੇ
ਰੱਬ ਦੀ ਯਾਦ ਨਾਲ ਜੋੜ ਲਈ। ਵਾਹਿਗੁਰੂ ਵਾਹਿਗੁਰੂ, ਉੱਥੇ ਪਹੁੰਚ ਜਾਵੇਗਾ। ਉਹ ਗਿਆਨ ਦਾ ਦੀਵਾ, ਪੜ੍ਹਾਈ ਨਾਲ ਗੁਰੂ ਦੀ ਬਖਸ਼ਿਸ਼ ਨਾਲ ਸਿਮਰਨ, ਉਸ ਸਿਮਰਨ ਦਾ ਦੀਵਾ ਜਗਾ ਕੇ ਅੰਦਰ ਜਾਈ। ਅੰਦਰ ਜਾਵੇਗਾ ਤੇ ਪਰਾ ਬਾਣੀ ਤੱਕ, ਜਿੱਥੇ ਖਾਲਸਾ ਸਾਰੇ ਪਾਸੇ ਅੰਦਰ ਜੋਤ ਰੂਪ ਦਾ ਪ੍ਰਗਟਾਵਾ ਹੈ, ਉਹ ਨਜ਼ਰ ਆ ਜਾਵੇਗਾ। ਹਿਰਦੇ ਵਿੱਚ ਹੀ ਨਜ਼ਰ ਆਵੇਗਾ। ਜਦੋਂ ਹਿਰਦੇ 'ਚ ਨਜ਼ਰ ਆ ਗਿਆ ਇੱਕ ਵਾਰੀ, ਫਿਰ ਅੱਖਾਂ 'ਚੋਂ ਵੀ ਜਿਹੜੀ ਜੋਤ ਰੂਪ ਦਾ ਪ੍ਰਗਟਾਵਾ ਹੋਵੇਗਾ, ਉਹ ਬਾਹਰ ਸਾਰੇ ਪਾਸੇ ਰੱਬ ਨੂੰ ਵੇਖੇਗਾ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਰੱਬ ਦਾ ਰੂਪ ਨਜ਼ਰ ਆਉਂਦਾ ਹੈ ਸਾਰੇ ਪਾਸੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, 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 ਕੋਈ ਨਹੀਂ ਉਸ ਬਿਨਾ। ਫਿਰ ਸਾਰੇ ਪਾਸੇ ਉਹ ਨਜ਼ਰ ਆਉਂਦਾ। ਉਹਨੂੰ ਕਹਿੰਦੇ ਪ੍ਰਤੱਖ। ਪ੍ਰਤੱਖ ਦੀ ਗੱਲਾਂ ਤੇ ਕਰਦੇ, ਪ੍ਰਤੱਖ ਵਿਖਾਓ, ਵੇਖਣ ਦੀ ਸ਼ਕਤੀ ਤਾਂ ਹੈ ਭਾਈ, ਉਹਨੂੰ ਸਹਿਨ ਕਰਨਾ ਹੈ। ਉਸ ਸ਼ਕਤੀ ਨੂੰ ਕਿਤਨੀ ਪਾਵਰ ਹੋਵੇਗੀ। ਪਾਵਰ ਸੱਚਾਈ ਦੀ ਉਹਦੇ ਲਈ। ਕੇਸੋ ਦਾਸ ਵਰਗੇ ਥੱਲੇ ਦੌੜ ਕੇ ਆ ਗਏ ਸਨ। ਅੱਖੋ ਸਤਨਾਮ। ਜਦੋਂ ਕਲਗੀਧਰ ਪਿਤਾ ਜੀ ਨੇ ਖਾਲਸਾ ਸਾਜਿਆ ਤੇ ਬ੍ਰਾਹਮਣ ਜੀ ਕਹਿਣ ਲੱਗੇ, ਜੀ ਸ਼ਕਤੀ ਪ੍ਰਗਟ ਹੋਵੇਗੀ, ਸੁਚੇਤ ਹੋ ਕੇ ਰਹਿਣਾ। ਪਾਤਸ਼ਾਹ ਕਹਿੰਦੇ ਇਸ ਤਾਂ ਸੁਚੇਤ ਹਾਂ, ਤੂੰ ਨਾ ਦੌੜ ਜਾਈਂ। ਜਦੋਂ ਹੋਣ ਲੱਗੀ ਥੱਲੇ ਦੌੜ ਕੇ, ਪਾਤਸ਼ਾਹ ਨੇ ਸਾਰੀ ਜੇ ਕਹਿ ਲਓ ਸਮੱਗਰੀ ਵਿੱਚ ਪਾਤੀ। ਉਹ ਲਾਈਟਾਂ ਬਾਹਰ, ਲੋਕਾਂ ਦੇ ਭਾਣੇ ਉਹ ਸ਼ਕਤੀ ਕੇਸੋ ਦਾ ਡਰ ਕੇ ਬਾਹਰ ਆ ਗਿਆ। ਪਰ ਅਸਲ ਸ਼ਕਤੀ ਗੁਰੂ ਪਾਤਸ਼ਾਹ ਦੇ ਅੰਦਰ ਸੀ ਖਾਲਸਾ ਜੀ। ਉਹ ਹੈ ਸ਼ਕਤੀ ਖਾਲਸਾ ਜੀ। ਉਹ ਹੈ ਅਗੋਚਰ ਵਸਤੂ, ਜਿਹਨੇ ਉਹ ਅਗੋਚਰ ਵਸਤੂ ਪਾ ਲਈ। ਵਸਤ ਅਗੋਚਰ ਪਾਏ, ਉਹ ਗੋਚਰ ਵਸਤੂ ਸੀ ਤੇ ਉਹਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਸਮਝ ਕਰ ਲਈ। ਘਾਟ ਦੀਪਕ ਰਹਿਆ ਸਮਾਏ, ਉਹਦੇ ਹਿਰਦੇ 'ਚ ਉਹ ਦੀਵਾ ਹਮੇਸ਼ਾ ਜਗਦਾ ਰਹਿਣਾ ਹੈ, ਸੁੱਤਿਆਂ ਵੀ ਜਾਗਦਿਆਂ ਵੀ। ਉਹ ਰਾਤ ਨੂੰ ਫਿਰ ਲਾਈਟ ਬੰਦ ਨਹੀਂ ਕਰਦਾ। ਕਹਿੰਦਾ ਅੱਖਾਂ ਤੇ ਲਾਈਟ ਪੈਂਦੀ ਰਹਿਣ ਦੇ, ਉਹਦੇ ਤਾਂ ਸਮਾਧੀ ਲੱਗੀ ਰਹਿੰਦੀ ਖਾਲਸਾ ਜੀ। ਉਹਦੇ ਹਿਰਦੇ 'ਚ ਵੀ ਉਹ ਦੀਵਾ ਜਗਦਾ ਰਹਿੰਦਾ ਹੈ ਦਿਨ ਰਾਤ। ਬਸ ਉਹਨਾਂ ਦੀ ਅਵਸਥਾ ਉਹੀ ਜਾਣਦੇ, ਇਸ ਤੋਂ ਉੱਪਰ ਨਹੀਂ। ਕੈਸੀ ਅਵਸਥਾ ਹੋਵੇ ਕਬੀਰ ਸਾਹਿਬ ਦੀ। ਹੁਣ ਸ਼ਬਦ ਸਾਰੇ ਵੈਸੇ ਰੋਜ਼ ਸਭ ਨੂੰ ਯਾਦ ਹੋਵੇਗਾ, ਹਜ਼ਾਰਾਂ ਵਾਰੀ ਅਸੀਂ ਸਾਰੇ ਸੁਣਿਆ ਸਭ ਨੇ। ਪਰ ਕੀ ਹੈ ਇਸ ਵਿੱਚ? ਇੱਕ ਪੰਕਤੀ ਵਿੱਚ ਕਹਿ ਲਓ ਖਜ਼ਾਨਾ ਹੀ ਭਰਿਆ ਬਾਣੀ ਦਾ, ਬਸ ਅੰਮ੍ਰਿਤ ਨਾਮ ਦਾ। ਤਾਂ ਹੀ ਇਹਨੂੰ ਕਹਿੰਦੇ ਰੱਬ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਨਿਰੰਕਾਰ ਹੈ। ਐਵੇਂ ਖਾਲਸਾ ਜੀ ਕੋਈ ਐਸੀ ਵੈਸੀ ਗੱਲ ਨਹੀਂ, ਸਿਰਫ ਰੱਬ ਦੀ ਗੱਲ। ਕੱਲ ਬੈਠੇ ਬੈਠੇ ਧਿਆਨ 'ਚ ਆ ਗਿਆ, ਬਾਣੀ ਵਿੱਚ ਦੇਖੋ ਰਾਮ, ਰਹੀਮ, ਅੱਲਾ, ਹਰੀ, ਪਾਰ ਬ੍ਰਹਮ, ਪ੍ਰਭੂ, ਸਾਰੇ ਨੂੰ ਇੱਕ ਮਨੁੱਖਤਾ ਨੂੰ ਲਿਆ। ਇੱਥੇ ਮਨੁੱਖਤਾ ਨੂੰ ਲਿਆ, ਪੂਰੀ ਕਹਿ ਲਓ ਕਾਇਨਾਤ ਨੂੰ, ਇਸ ਵਿੱਚ ਸਭ ਨੂੰ ਸਾਂਝਾ ਉਪਦੇਸ਼। ਕੋਈ ਮੁਸਲਮਾਨ ਪੜ੍ਹੇਗਾ, ਕਹਿੰਦਾ ਵੀ ਸਭ ਲਈ, ਮੇਰੇ ਲਈ ਵੀ ਉਹੀ ਹੈ। ਹਿੰਦੂ ਪੜ੍ਹੇਗਾ, ਮੇਰੇ ਲਈ ਵੀ ਉਹੀ ਹੈ। ਸਾਰਾ ਸਾਂਝਾ ਉਪਦੇਸ਼ ਹੈ ਖਾਲਸਾ ਜੀ। ਇਹਨੂੰ ਕਹਿੰਦੇ ਰੱਬ। ਰੱਬ ਸਭ ਲਈ ਸਾਂਝਾ ਹੈ। ਜਿਵੇਂ ਹਵਾ ਸਭ ਲਈ ਸਾਂਝੀ ਹੈ ਨਾ, ਹਵਾ ਨੂੰ ਕੋਈ ਖਾਲਸਾ ਸਾਹ ਲੈਣਾ ਹੈ, ਸਭ ਦਾ ਅਧਿਕਾਰ ਹੈ। ਪਾਣੀ ਪੀਣਾ ਸਭ ਦਾ ਅਧਿਕਾਰ ਹੈ।
ਬਲਿਹਾਰੀ ਕੁਦਰਤ ਵਸਿਆ, ਤੇ ਇਹਨਾਂ 'ਚ ਪ੍ਰਮਾਤਮਾ ਵਸਿਆ ਹੋਇਆ ਹੈ। ਇਸੇ ਤਰ੍ਹਾਂ ਇਹ ਬਾਣੀ ਸਭ ਦਾ ਅਧਿਕਾਰ ਹੈ। ਤਾਂ ਪਾਤਸ਼ਾਹ ਨੇ ਸਭ ਨੂੰ ਸਾਂਝੀ ਰੱਖਤੀ, ਭਾਈ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਨਿਰੰਕਾਰ ਹੈ। ਜਿਹੜਾ ਨਿਰੰਕਾਰ ਨਾਲ ਜੁੜੇਗਾ ਉਹ ਨਿਰੰਕਾਰ ਵਰਗਾ ਹੀ ਪ੍ਰਕਾਸ਼ਮਈ ਬਣ ਜਾਵੇਗਾ। ਘਟ ਦੀਪਕ ਰਹਿਆ ਸਮਾਈ, ਉਹਦੇ ਹਿਰਦੇ ਵਿੱਚ ਇਹ ਆਤਮ ਗਿਆਨ ਰੂਪੀ ਦੀਵਾ ਹਰ ਵੇਲੇ ਜਗਦਾ ਰਹੇਗਾ। ਹੈ ਕਬੀਰ ਅਬ ਜਾਣਿਆ। ਕਬੀਰ ਸਾਹਿਬ ਕਹਿਣਗੇ ਹੁਣ ਜਾਣ ਲਿਆ ਹੀ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ। ਕਹਿ ਤੂੰ ਨਾ ਜਾਣ ਭਾਈ, ਅਸੀਂ ਤਾਂ ਜਾਣ ਲਿਆ, ਅਬ ਜਾਣਿਆ, ਹੁਣ ਜਾਣਿਆ। ਹੁਣ ਸਮਝ ਆਈ ਵੀ ਕੀ ਹੈ ਜਾਣ ਦਾ ਅਰਥ ਹੈ ਜਾਣਨਾ, ਨੌਲੇਜ, ਗਿਆਨ, ਸਹਿਜ। ਹੁਣ ਆਮ ਬੰਦੇ ਕਹਿੰਦੇ ਕੋਈ ਸਮਝ ਨਹੀਂ ਆ ਰਹੀ, ਕੋਈ ਪੱਲੇ ਨਹੀਂ ਪੈ ਰਿਹਾ। ਪੱਲੇ ਨਹੀਂ ਪੈ ਰਿਹਾ ਨਾ, ਪੱਲੇ ਕਦੋਂ ਨਹੀਂ ਪੈਂਦਾ? ਪੱਲੇ ਉਦੋਂ ਨਹੀਂ ਪੈਂਦਾ ਜਦ ਤੱਕ ਉਹਦਾ ਧਿਆਨ ਨਾ ਇੱਥੇ ਹੋਵੇ। ਤੁਸੀਂ ਬੈਠੇ ਹੋ, ਤੁਹਾਡਾ ਮਨ ਨਹੀਂ ਇੱਥੇ, ਕੰਨ ਖੁੱਲੇ ਹਨ, ਕੀ ਕਹੋਗੇ? ਯਾਰ ਸੁਣਿਆ ਸੀ ਅੱਜ, ਪਤਾ ਨਹੀਂ ਕੀ ਬੋਲਿਆ ਗਿਆਨੀ ਜੀ ਨੇ, ਦੁਬਾਰਾ ਸੁਣਾਈ, ਕੀ ਸੀ ਉਹ? ਕੀ ਸੀ ਫਿਰ? ਸੁਣਿਆ ਨਹੀਂ। ਕੰਨ ਤੂੰ ਉੱਥੇ ਤੇਰੇ ਖੁੱਲੇ ਸਨ, ਉੱਥੇ ਬੈਠਾ ਹੈ। ਸੁਣਿਆ ਕਿਹਨੇ ਨਹੀਂ? ਤੇਰੇ ਮਨ ਨੇ ਸੁਣਿਆ। ਤੇਰਾ ਮਨ ਤਾਂ ਇੱਥੇ ਹੈ ਨਹੀਂ ਸੀ। ਉਹ ਭਾਈ ਮਨ ਨੂੰ ਉੱਥੇ ਜੋੜ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਜੇ ਇਹ ਮਨ ਕਰਕੇ ਪੜ੍ਹ ਲਿਆ ਤੇ ਫਿਰ ਸਚਿਆਰ ਬਣੇਗਾ ਹੀ ਬਣੇਗਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੇਰੇ ਨਾਲ ਹੀ ਰੱਬ ਸੀ, ਹੁਕਮ ਵੀ ਤੇਰੇ ਨਾਲ ਹੀ ਲਿਖਿਆ ਹੋਇਆ ਹੈ, ਉਹ ਜੋਤ ਰੂਪ ਨਾਲ ਹੀ ਹੈ। ਉਹਨੂੰ ਸਮਝ। ਜਿਹਨੇ ਸਮਝ ਲਿਆ, ਕਹੇ ਕਬੀਰ ਅਬ ਜਾਣਿਆ। ਹੁਣ ਸਮਝ ਆ ਗਈ। ਕਬੀਰ ਸਾਹਿਬ ਕਹਿੰਦੇ ਵੀ ਰੱਬ ਕੀ ਹੈ। ਉਹ ਗਿਆਨ ਰੂਪੀ ਅਕਾਲ ਪੁਰਖ ਪਰਮਾਤਮਾ ਸਭ ਦੇ ਹਿਰਦੇ ਵਿੱਚ ਬੈਠਾ ਹੋਇਆ ਹੈ। ਜਬ ਜਾਣਿਆ ਤੋ ਮਨ ਮਾਨਿਆ। ਹਾਂ, ਆਮ ਕਹਿੰਦੇ ਵੀ ਹੁਣ ਮਨ ਟਿਕ ਗਿਆ, ਹੁਣ ਸਮਝ ਆ ਗਈ। ਜਦੋਂ ਉਹਨੂੰ ਜਾਣ ਲਿਆ, ਸੌਖੀ ਜੀ ਮਿਸਾਲ, ਕੋਈ ਕਿਤਾਬ ਨੂੰ ਤੁਸੀਂ ਪੜ੍ਹ ਰਹੇ ਹੋ, ਪੜ੍ਹ ਕੇ ਸਮਝ ਨਾ ਆਈ, ਯਾਰ ਗੱਲ ਬਣੀ ਨਹੀਂ ਕੁਛ, ਦੁਬਾਰਾ ਪੜ੍ਹਾ, ਦੁਬਾਰਾ ਪੜ੍ਹੀ ਧਿਆਨ ਨਾਲ, ਉਹਨੂੰ ਫਿਰ ਸਮਝਣ ਲਈ, ਫਿਰ ਸਮਝ ਆ ਗਈ। ਹਾਂ ਹੁਣ ਸਮਝ ਆ ਗਈ। ਕਹਿੰਦਾ ਹੁਣ ਠੀਕ ਆ ਗਿਆ, ਬਸ ਪਰੇ ਕਰ ਦੋ ਇਹਨੂੰ। ਇਹੀ ਹੈ ਬਾਣੀ ਅਕਾਲ ਪੁਰਖ। ਇਹਨੂੰ ਜਿਤਨਾ ਵਿਚਾਰਾਂਗੇ ਉਤਨਾ ਖਾਲਸਾ ਜੀ ਨਵਾਂ ਹੀ ਰਸ ਆਵੇਗਾ। ਬਸ ਇਹਦਾ ਅੰਤ ਨਹੀਂ ਪੈਂਦਾ, ਇੱਕ ਗੱਲ ਧਿਆਨ ਰੱਖਣਾ। ਹਾਂ ਅੰਤ ਨਹੀਂ ਪੈਣਾ, ਸਮਝ ਆ ਜਾਏਗੀ ਆਸਤਾ ਆਸਤਾ ਕਿ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇਹ ਉੱਥੇ ਰਹਿ ਜਾਏਗੀ ਬਸ। ਫਿਰ ਉਹਦਾ ਅੰਤ ਨਹੀਂ ਪੈਣਾ ਵੀ ਕਹੋ ਮੈਂ ਅੰਤ ਪਾ ਲਵਾਂ ਰੱਬ ਦਾ। ਨਾ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਨਹੀਂ ਪੈਣਾ। ਬਸ ਬੰਦਿਆ ਆਪਣੇ ਸਰੂਪ ਦੀ ਤੈਨੂੰ ਸਮਝ ਆ ਜਾਏਗੀ, ਟਿਕਿਆ ਰਹੀ ਉੱਥੇ। ਕਹੇ ਕਬੀਰ ਅਬ ਜਾਣਿਆ, ਹੁਣ ਜਾਣ ਲਿਆ। ਕੀ ਜਾਣ ਲਿਆ? ਜਬ ਜਾਣਿਆ ਤੋ ਮਨ ਮਾਨਿਆ। ਜਦੋਂ ਆਤਮ ਸਰੂਪ ਨੂੰ ਜਾਣ ਲਿਆ ਤੇ ਮਨ ਵੀ ਹੁਣ ਖਾਲਸਾ ਜੀ ਮਨਨ ਅਵਸਥਾ ਵਿੱਚ ਪਹੁੰਚ ਗਿਆ। ਮਨਨ ਅਵਸਥਾ, ਸੁਣਿਆ, ਮੰਨਿਆ ਤੇ ਮਨ ਕੀਤਾ ਭਾਉ। ਮਨਨ ਅਵਸਥਾ ਤੋਂ ਅੱਗੇ ਫਿਰ ਜਾਣ ਕੇ ਕੀ ਹੈ ਆਤਮ ਸਰੂਪ, ਉੱਥੇ ਟਿਕ ਗਿਆ। ਜਦੋਂ ਟਿਕ ਗਿਆ ਤੇ ਆਤਮ ਸਰੂਪ ਦੀ ਪ੍ਰਾਪਤੀ ਹੋ ਗਈ। ਮਨ ਮਾਨੇ ਲੋਗ ਨਾ ਪਤੀਜੈ। ਕਬੀਰ ਸਾਹਿਬ ਕਹਿੰਦੇ ਬ੍ਰਾਹਮਣ ਜੀ ਧਿਆਨ ਰੱਖਣਾ,
ਲੋਕਾਂ ਨੇ ਕਦੀ ਖੁਸ਼ ਨਹੀਂ ਹੋਣਾ। ਮਨ ਮਾਨੇ, ਜੇ ਸਾਡਾ ਮਨ ਮੰਨ ਗਿਆ, ਸਮਾਜ ਕਹੇਗਾ ਵਿਖਾਓ ਜੀ ਕਿੱਥੇ ਮੰਨੇ। ਹੁਣ ਤੁਸੀਂ ਬੈਠੇ ਹੋ, ਤੁਹਾਡੇ 'ਚ ਕੋਈ ਐਸੇ ਮਹਾਂਪੁਰਸ਼ ਹੋਣਗੇ ਬੈਠੇ ਹਨ, ਉਹਨਾਂ ਦਾ ਮਨ ਮੰਨਿਆ ਹੋਇਆ, ਤੁਸੀਂ ਕਹੋ ਜੀ ਵਿਖਾਓ ਕਿੱਥੇ ਮੰਨਿਆ, ਉਹ ਦਿਖਾ ਦੇਣ ਕੱਢ ਕੇ ਬਾਹਰ। ਇਹ ਤਾਂ ਅਗੋਚਰ ਵਸਤੂ ਹੈ, ਇਹ ਭੌਤਿਕ ਅੱਖਾਂ ਨਾਲ ਵਿਖਣੀ ਨਹੀਂ, ਅਜੇ ਨਹੀਂ ਵਿਖਣੀ। ਹਾਂ, ਜਦੋਂ ਭੌਤਿਕ ਵਿੱਚ ਅਭੌਤਿਕ ਸਮਾ ਜਾਵੇਗੀ ਉਦੋਂ ਵਿਖ ਜਾਵੇਗੀ। ਭੌਤਿਕ ਕੀ ਹੈ? ਇਹ ਜਿਹੜੀਆਂ ਅੱਖਾਂ ਦਿਖ ਰਹੀਆਂ ਸਾਰਿਆਂ ਨੂੰ, ਸਭ ਦੀ ਅੱਖਾਂ, ਇਹ ਭੌਤਿਕ। ਇਹਦੇ ਪਿੱਛੇ ਮਾਇਆ ਦਾ ਅੰਸ਼ ਹੈ। ਮਾਇਆ ਅਵਿਦਿਆ, ਉਹ ਵਖਰੇਵਾਂ ਪਾ ਕੇ ਰੱਖਦੀ ਹੈ ਵੀ ਉਹ ਵੱਖਰਾ, ਉਹ ਵੱਖਰਾ, ਉਹ ਲੇਡੀਜ਼, ਉਹ ਜੈਂਟਸ। ਜਦੋਂ ਇਹਦੇ ਪਿੱਛੇ ਇੱਕ ਆ ਗਿਆ ਅਭੌਤਿਕ, ਇੱਕ ਅਕਾਲ ਪੁਰਖ, ਇਕਤਾ ਆ ਗਈ ਨਾ, ਤੇ ਫਿਰ ਭੌਤਿਕ ਵਿੱਚੋਂ ਵੀ ਖਾਲਸਾ ਜੀ ਅਭੌਤਿਕ ਨਜ਼ਰ ਆਵੇਗਾ। ਫਿਰ ਵੇ ਸਾਰੇ ਪਾਸੇ ਇੱਕ ਨਜ਼ਰ ਆਵੇਗਾ। ਉਹ ਤਾਂ ਵੇਖੋਗੇ ਭਾਈ ਜਦੋਂ ਇੱਕ ਨਾਲ ਜੁੜਾਂਗੇ। ਵਾਹਿਗੁਰੂ ਹਰ ਕਾ ਨਾਮ ਨਾ ਜਪਸ, ਇਹ ਜਪਦੇ ਤਾਂ ਹੈ ਨਹੀਂ ਭਾਈ, ਕਿਵੇਂ ਵੇਖੀਏ? ਫਿਰ ਕਬੀਰ ਸਾਹਿਬ ਕਹਿੰਦੇ ਜਿਹੜੇ ਨਹੀਂ ਜਪਦੇ ਭਾਈ ਉਹਨਾਂ ਦੀ ਮਰਜ਼ੀ। ਕਹਿ ਕਬੀਰ ਅਵ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ। ਜਿਹਦਾ ਮਨ ਮੰਨ ਗਿਆ ਤੇ ਲੋਕਾਂ ਨੇ ਨਹੀਂ ਖੁਸ਼ ਹੋਣਾ, ਲੋਕਾਂ ਨੂੰ ਕੋਈ ਵਿਖਣਾ ਹੀ ਨਹੀਂ, ਉਹਨਾਂ ਨੇ ਤਾਂ ਟਪੋਸੀਆਂ ਮਾਰਨੀਆਂ ਹਨ। ਨਾ ਪਤੀਜੈ ਤਉ ਕਿਆ ਕੀਜੈ। ਉਹ ਕਿਹਨੂੰ ਕਿਹਨੂੰ ਖੁਸ਼ ਕਰ ਲੋਗੇ? ਜਿਨ੍ਹਾਂ ਨੇ ਕਰਮਾਂ 'ਚ ਰੱਬ ਨੇ ਐਵੇਂ ਲਿਖਿਆ ਹੋਇਆ ਹੈ, ਉਹ ਮਨ ਮਾਨੇ, ਜਿਹੜੇ ਮਨ ਮੰਨਣ ਵਾਲੇ ਗੁਰੂ ਕੇ ਪਿਆਰੇ, ਤੇ ਉਹਨਾਂ ਦੇ ਬਾਰੇ ਉਹ ਨਹੀਂ ਜਾਣ ਸਕਦੇ। ਐਸੇ ਲੋਕਾਂ ਨੂੰ ਭਾਈ ਨਾ ਪਤੀਜੈ ਤੋ ਕਿਆ ਕੀਜੈ। ਜੇ ਨਹੀਂ ਪਤੀਜਦੇ, ਉਹ ਨਹੀਂ ਖੁਸ਼ ਹੁੰਦੇ, ਨਹੀਂ ਸੈਟਿਸਫਾਈ ਹੁੰਦੇ, ਤਾਂ ਕੀ ਕਰੀਏ ਉਹਨਾਂ ਬਾਰੇ? ਫਿਰ ਉਹਨੂੰ ਕਹਿਣਾ ਪਵੇਗਾ ਭਾਈ ਤੁਸੀਂ ਵੀ ਜਪੋ ਵਾਹਿਗੁਰੂ। ਬਸ ਇਸ ਨਾਲ ਭੇਦ ਖੁੱਲ ਜਾਵੇਗਾ। ਪਰ ਨਾਲ ਥੋੜੀ ਸੇਵਾ ਵੀ ਭਾਈ, ਸੇਵਾ, ਸੰਗਤ, ਸਿਮਰਨ, ਇਹ ਤਿੰਨ ਚੀਜ਼ਾਂ ਲਾਜ਼ਮੀ ਹਨ। ਪਾਤਸ਼ਾਹ ਕਰਵਾਉਣ ਸਾਡੇ ਸਾਰਿਆਂ ਤੋਂ ਥੋੜਾ ਥੋੜਾ ਸਭ ਨੂੰ ਗਿਆਨ ਮਹਾਰਾਜ ਦੇ ਹੀ ਜਾ ਰਹੇ ਆ। ਸ਼ੁਕਰਾਨਾ ਕਰੀਏ ਪਾਤਸ਼ਾਹ ਦਾ, ਰੋਜ਼ ਸ਼ੁਕਰਾਨਾ। ਮਹਾਰਾਜ ਤੁਹਾਡਾ ਸ਼ੁਕਰਾਨਾ ਹੈ, ਤੋ ਜਿਤਨਾ ਗਿਆਨ ਦੇ ਰਹੇ ਹੋ ਤੁਹਾਡੀ ਬਖਸ਼ਿਸ਼ ਹੈ ਪਾਤਸ਼ਾਹ। ਤੇ ਮਹਾਰਾਜ ਸਾਨੂੰ ਸਭ ਨੂੰ ਆਤਮ ਸਰੂਪ ਦੇ ਵੱਲ ਲੈ ਜਾਣਾ, ਜਿੱਥੇ ਕੋਈ ਬਿਮਾਰੀ ਨਹੀਂ,